32 करोड़ ये हो गया और 8 करोड़ का तुसीं वो समान लगा लो, टोटल 40 करोड़ रुपया बन जाता। 40 करोड़ रुपया कहते कि उत्थे लाया, पर ना तो उत्थे बीज फार्म ना कुछ भी उत्थे जिहड़ा देखने को नहीं मिल रहा। और हुण 700 एकड़ जमीन का घपला जिहड़ा सामने आया, देखते हैं कि किवें हुण अगले दिन कार्रवाई होंदी। तो 700 एकड़ जमीन का खरीदना ते जिस तरीके दे उन्होंने इल्जाम लगते हैं, तो लगता है कि वाकई ही वो इल्जाम किते ना किते सही होंदे हुए नजर आ रहे हैं। आम आदमी पार्टी की गवर्नमेंट फॉर्म हुई है, तो उन्होंने भी सवालों के घेरे दे विच हुण लिया जा रहा। ਜਿਹੜਾ ਹੈਗਾ 700 ਏਕੜ ਦਾ ਸਾਜੋ ਸਮਾਨ ਆ ਨਾ, ਇਹ ਪਾਣੀ ਬਸ ਸਰਕਾਰ ਦਿਓ, ਇਹਦੇ ਤੇ ਆਪਾਂ ਲੈ ਜਾਵਾਂਗੇ। ਗੱਲਾਂ ਵਾਲਿਆਂ ਮਾਰਦੇ ਇਹਨਾਂ ਦਾ ਕੋਈ ਮਾੜੀ ਲੱਗ ਜਿਹੜੀ ਮਹਿੰਗੀ ਤੇ ਕੋਠੀਆਂ ਸੀਗੀਆਂ ਉਹ ਇਹਨਾਂ ਕੋਈ ਹੱਥ ਪਾਏ ਜੀ ਗਏ ਨੇ। ਜਿਹੜੇ ਵੱਡੇ ਲੋਕ ਨੇ, ਵੱਡੇ ਮਗਰਮੱਛ ਨੇ, ਉਹਨਾਂ ਤੱਕ ਵੀ ਹੱਥ ਪੁੱਜੇਗਾ, ਬਟ ਉਹ ਗੱਲਾਂ ਵੀ ਕਿਤੇ ਸਟੇ ਲੱਗ ਗਈ ਹੈ, ਕਿਤੇ ਬਸ ਸੁਰਖੀਆਂ ਦਾ ਹਿੱਸਾ ਬਣ ਗਏ ਨੇ। ਟੈਲੀਵਿਜ਼ਨਾਂ ਤੇ ਫੋਟੋਆਂ ਆ ਗਈਆਂ ਨੇ, ਗੱਡੀਆਂ ਸ਼ੁਕਦੀਆਂ ਹੋਈਆਂ ਦਿਖਾਈ ਦੇ ਦਿੱਤੀਆਂ ਨੇ, ਪਰ ਉਸ ਤੋਂ ਬਾਅਦ ਕੁਝ ਨਹੀਂ ਬਣਿਆ ਕਿ ਕੀ ਹੋਇਆ ਕੀ ਨਹੀਂ ਹੋਇਆ। बहुत सारे मसले नवदीप जिहड़े आम आदमी पार्टी के वल्लों प्रैस कॉन्फ्रेंसा करके या मीडिया दे विच आके कहे जाते हैं, बट उस तो बाद फिर उन्हां दी कोई सुध बुध लैण वाला जिहड़ा वो कोई नहीं हुंदा हैगा। वो पर देखो तुसीं कि विक्रम सिंह मजीठिया आम आदमी पार्टी की टन्यूर के विच ही बाहर आ रहे हैं। किसी चीज़ का जिक्र कर दो, बाद दे विच उहदा कुछ बनता या नहीं बनता वो देखी जाएगी। आम आदमी पार्टी कोई कार्रवाई नहीं करती है तो लोग फिर उसका भी जवाब जिहड़ा वो बखूबी देना जानते हैं। वोटां दे विच फिर उसका भी जवाब जिहड़ा दिता जाता है। मुख्यमंत्री ने ये हिदायत दी है मंत्रियों नूं, MLA नूं कि जिहड़ा वो किते भी अगर जाते हैं तो सरकारी गेस्ट हाउस का, रेस्ट हाउस का, सर्किट हाउस का इस्तेमाल करन। खास तौर पर नहरां दे आस-पास जिहड़े कई गेस्ट हाउस बने सीगे वो जिहड़े ने उन्हां दे विचों 14 ਤਾਂ सरकार ने ऑलरेडी सेल कर दित्ते ने। ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਤੰਜ ਦੱਸਿਆ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਮੁਫਤ ਦੀਆਂ ਸਹੂਲਤਾਂ ਦੇ ਕੇ ਸਰਕਾਰੀ ਖਜ਼ਾਨੇ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਪਹਿਲਾਂ ਕਹਿੰਦੇ ਬਿਜਲੀ ਮੁਫਤ ਨਹੀਂ ਹੋਈ ਤਾਂ ਵੀ ਬੜਾ ਚਰਚਾ ਸੀ, ਹੁਣ ਬਿਜਲੀ ਮੁਫਤ ਹੋ ਗਈ ਹੈ ਤਾਂ ਵੀ ਪੂਰਾ ਚਰਚਾ ਹੈਗਾ। ਅਗਲੇ ਕੁਝ ਮਹੀਨਿਆਂ ਦੇ ਵਿੱਚ 95% ਲੋਕਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆਏਗਾ। ਕਰਜ਼ਾ ਉਤਾਰਨ ਦੇ ਲਈ ਹੀ ਆਮ ਆਦਮੀ ਪਾਰਟੀ ਨੇ ਹੁਣ 40,000 ਕਰੋੜ ਰੁਪਏ ਦਾ ਕਰਜ਼ ਚੁੱਕਿਆ। ਜਿਹੜੀਆਂ ਮੁਫਤ ਦੀ ਆਦਤ ਇਹਨਾਂ ਨੂੰ ਪੈ ਗਈ ਆ ਨਾ, ਇਹ ਕੋਈ ਭਗਵੰਤ ਮਾਨ ਆਪਣੀ ਜੇਬ ਚੋਂ ਨਹੀਂ ਦੇ ਰਿਹਾ ਜਾਂ ਬਾਦਲ ਸਾਹਿਬ ਨੇ ਨਹੀਂ ਦਿੱਤਾ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਜੇਬ ਚੋਂ ਨਹੀਂ ਦਿੱਤਾ, ਇਹ ਤੁਹਾਡਾ ਹੀ ਪੈਸਾ। ਮਨ ਦੁਖਦਾ ਜੀ ਕਿ ਏਦਾਂ ਲੁੱਟਿਆ ਜਾ ਰਿਹਾ ਲੋਕਾਂ ਨੂੰ। ਮਨ ਦੁਖਦਾ, ਅਸੀਂ ਬੇਸ਼ੱਕ ਕਹਿੰਦੇ ਨੇ ਬੱਚਾ, ਸਾਡਾ ਮਨ ਇੰਨਾ ਦੁਖੀ ਹੋ ਰਿਹਾ ਕਿ ਇੰਨਾ ਯਾਰ ਧੱਕਾ ਇੰਨੀਆਂ ਨੇਰ ਕਰਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸਟੂਡੀਓ ਦੇ ਵਿੱਚ ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਇਸ ਨੰਬਰ ਤੇ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਦੂਜਾ ਨੰਬਰ ਰੱਖਿਆ ਹੋਇਆ, ਉਹ ਨੰਬਰ ਹੈਗਾ ਜੀ 88 725 88 835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੀ ਵੱਡੀ ਖਬਰ ਹੁੰਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੁਹਾਡੇ ਸਵਾਲ ਤੇ ਸੁਝਾਅ ਸਾਡੇ ਲਈ ਬਹੁਤ ਜ਼ਿਆਦਾ ਅਹਿਮ ਹੁੰਦੇ ਨੇ, ਇਸ ਲਈ ਤੁਸੀਂ ਕਾਲ ਕਰਕੇ ਸਾਡੇ ਨਾਲ ਹਰ ਖਬਰ ਤੇ ਆਪਣੀ ਸਾਂਝ ਹਰ ਵਾਰ ਦੀ ਤਰ੍ਹਾਂ ਪਾਉਣੀ ਹੈ। ਲਗਾਤਾਰ ਤੁਸੀਂ ਟੈਲੀਵਿਜ਼ਨ ਤੇ ਫੇਸਬੁੱਕ ਦੇ ਜ਼ਰੀਏ ਸਾਨੂੰ ਲਾਈਵ ਦੇਖ ਰਹੇ ਹੋ, ਸੋ ਫੇਸਬੁੱਕ ਵਾਲੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਵੀ ਬਹੁਤ ਸਵਾਗਤ। ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਜਿਹੜੇ ਉਹ ਰੱਖ ਸਕਦੇ ਹੋ। ਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਸ਼ੁਕਰੀਆ ਤੁਹਾਡਾ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ ਔਰ ਆਪਣੀ ਰਾਏ ਜਿਹੜੀ ਆ ਉਹ ਵੱਖ-ਵੱਖ ਖਬਰਾਂ ਦੇ ਉੱਪਰ ਰੱਖਦੇ ਨੇ। ਅੱਜ ਵੀ ਜ਼ਰੂਰ ਆਪਣੀ ਉਹ ਰਾਏ ਰੱਖਣਗੇ ਜੀ। ਬਿਲਕੁਲ, ਤੇ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ, ਪਰ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਕਿ ਜੋ ਮੈਂ ਬੇਨਤੀ ਤੁਹਾਨੂੰ ਅਕਸਰ ਕਰਦੀ ਹਾਂ, ਜਦੋਂ ਵੀ ਤੁਸੀਂ ਕਾਲ ਕਰਨੀ ਹੈ 30 ਸੈਕਿੰਡ ਦੇ ਅੰਦਰ ਆਪਣੀ ਗੱਲ ਨੂੰ ਖਤਮ ਕਰ ਲੈਣਾ ਤੇ ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦੇਣਾ ਤਾਂ ਕਿ ਹੈਲੋ ਦੇ ਵਿੱਚ ਆਪਣਾ ਜ਼ਿਆਦਾ ਜਿਹੜਾ ਸਮਾਂ ਉਹ ਨਾ ਜਾਵੇ। ਡਾਇਰੈਕਟ ਆਪਾਂ ਫੋਨ ਤੇ ਹੀ ਆਪਣੀ ਗੱਲਬਾਤ ਕਰਨੀ ਹੈ ਤਾਂ ਕਿ ਸਾਰੇ ਦਰਸ਼ਕ ਆਪਣੀ ਵਾਰੀ ਲੈ ਸਕਣ ਤੇ ਉਹਨਾਂ ਨੂੰ ਵੀ ਗੱਲ ਰੱਖਣ ਦਾ ਮੌਕਾ ਮਿਲ ਸਕੇ।
ਸੋ ਅੱਜ ਦੀਆਂ ਸਾਰੀਆਂ ਖਬਰਾਂ ਦੇ ਵਿੱਚੋਂ ਵੈਸੇ ਤਾਂ ਸਾਰੀਆਂ ਅਸੀਂ ਫਲੈਸ਼ ਕਰ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਖਬਰਾਂ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ, ਪਰ ਸਭ ਤੋਂ ਪਹਿਲਾਂ ਜੇ ਗੱਲ ਕਰਾਂਗੇ ਕਿ 700 ਏਕੜ ਜ਼ਮੀਨ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਤੇ ਇਸ ਜ਼ਮੀਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਜੀ ਗੱਲ ਕੀਤੀ ਜਾਵੇ ਖੁਲਾਸਿਆਂ ਦੀ ਤਾਂ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਅਕਾਲੀਆਂ ਵੇਲੇ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਦੋਂ ਇਹ ਜ਼ਮੀਨ ਖਰੀਦੀ ਗਈ ਸੀ। ਅੰਮ੍ਰਿਤਸਰ ਦੇ ਲਾਗੇ ਇਹ ਜ਼ਮੀਨ ਦੱਸੀ ਜਾ ਰਹੀ ਹੈ ਤੇ ਬਹੁਤ ਕੁਝ ਹੈਗਾ ਜਿਹੜਾ ਕਹਿੰਦੇ ਨੇ ਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘਪਲੇ ਤੇ ਘਪਲਾ ਹੁੰਦਾ ਆ ਰਿਹਾ ਹੈ। ਕੁਝ ਗੱਲਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਉਜਾਗਰ ਕਰਦੀ ਹੋਈ ਨਜ਼ਰ ਆ ਰਹੀ ਹੈ, ਪਰ ਉਜਾਗਰ ਤਾਂ ਕਰ ਦਿੰਦੀ ਹੈ ਜਦੋਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਹੁਣ ਅਖੀਰ ਕੀ ਹੋਏਗਾ, ਹੁਣ ਜਿਹੜਾ ਕੋਈ ਦੋਸ਼ੀ ਪਾਇਆ ਜਾ ਰਿਹਾ ਹੈ ਕਿ ਵਾਕਈ ਉਸ ਨੂੰ ਸਜ਼ਾ ਮਿਲੇਗੀ ਜਾਂ ਫਿਰ ਇਹ ਗੱਲ ਕਿੱਥੋਂ ਤੱਕ ਪਹੁੰਚੇਗੀ, ਤਾਂ ਉਦੋਂ ਆ ਕੇ ਫਿਰ ਉਹੀ ਘਪਲਾ ਹੋ ਜਾਂਦਾ ਕਿ ਫਿਰ ਕੁਝ ਸਮਝ ਨਹੀਂ ਆਉਂਦੀ ਕਿ ਕਿੱਥੇ ਜੇ ਕਿਹੜੀ ਗੱਲ ਰਹਿ ਜਾਂਦੀ ਹੈ ਜਾਂ ਕਿਹੜੀ ਕੁੰਡੀ ਕਿਹੜੇ ਲੀਡਰ ਦੇ ਨਾਲ ਫਸ ਜਾਂਦੀ ਹੈ ਕਿ ਉਹ ਗੱਲਾਂ ਰਫਾ ਦਫਾ ਹੀ ਹੋ ਜਾਂਦੀਆਂ ਨੇ। ਫਿਲਹਾਲ 700 ਏਕੜ ਜ਼ਮੀਨ ਦਾ ਮਾਮਲਾ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅੰਮ੍ਰਿਤਸਰ ਦੇ ਲਾਗੇ ਇਹ ਜ਼ਮੀਨ ਹੈ। ਸੋ ਇਸ ਪੂਰੀ ਖਬਰ ਦੇ ਲਈ ਆਪਾਂ ਬਲਦੀਪ ਜੀ ਵੱਲ ਵਧਾਂਗੇ। ਬਲਦੀਪ ਜੀ, ਆਖਿਰ ਕੀ ਹੈ ਪੂਰਾ ਮਾਮਲਾ? ਨਵਦੀਪ ਜੀ, ਕੱਲ ਦੀ ਗੱਲ ਕਰੀਏ ਤਾਂ ਕੱਲ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ, ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਸਰਹੱਦੀ ਇਲਾਕੇ ਦਾ ਔਰ ਅੰਮ੍ਰਿਤਸਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਉੱਥੇ ਜ਼ਮੀਨ ਜਿਹੜੀ ਹੈ ਉਹ ਖਰੀਦੀ ਗਈ ਹੈ 700 ਏਕੜ ਜ਼ਮੀਨ, ਜਿਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ। 700 ਏਕੜ ਜ਼ਮੀਨ ਜਿਹੜੀ ਖਰੀਦੀ ਗਈ ਹੈ ਔਰ ਉਹ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਦੀ ਜ਼ਮੀਨ ਹੈਗੀ ਹੈ। ਤੋ ਉੱਥੇ ਅਗਰ ਐਂਟਰੀ ਵੀ ਕਰਨੀ ਹੈ ਤਾਂ BSF ਦੀ ਪਰਮਿਸ਼ਨ ਤੋਂ ਬਿਨਾਂ ਉੱਥੇ ਐਂਟਰੀ ਹੋ ਹੀ ਨਹੀਂ ਸਕਦੀ ਹੈਗੀ ਔਰ ਉਹ ਜ਼ਮੀਨ ਜਿਹੜੀ ਹੈ ਉੱਥੇ ਖਰੀਦੀ ਗਈ ਹੈ। ਹੁਣ ਕੁਲਦੀਪ ਧਾਲੀਵਾਲ ਤਾਂ ਇਹ ਕਹਿ ਰਹੇ ਸੀ, ਕਹਿੰਦੇ ਕਿ ਕਿਸ ਮੰਤਵ ਦੇ ਨਾਲ ਖਰੀਦੀ ਗਈ ਹੈ, ਇਹ ਅਗਰ ਖਰੀਦੀ ਗਈ ਹੈ ਤਾਂ ਇਹਦੇ ਉੱਪਰ ਕੋਈ ਚੀਜ਼ ਜਿਹੜੀ ਹੈ ਕਿਉਂ ਨਹੀਂ ਕੀਤੀ ਗਈ। ਇਹ ਆਪਣੇ ਆਪ ਦੇ ਵਿੱਚ ਸਵਾਲ ਨੇ। 2008 ਦੇ ਵਿੱਚ 7 ਦੇ ਵਿੱਚ ਅਕਾਲੀ ਦਲ ਦੀ ਗਵਰਨਮੈਂਟ ਜਿਹੜੀ ਆ ਉਹ ਫਾਰਮ ਹੋ ਜਾਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ। ਇੱਕ ਦਹਾਕਾ ਪੂਰਾ ਫਿਰ ਇਹਨਾਂ ਦੀ ਸਰਕਾਰ ਰਹਿੰਦੀ ਹੈ ਜਿਸ 'ਚ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਵੀ ਹੁੰਦੇ ਨੇ। 2007 ਤੋਂ ਲੈ ਕੇ 2017 ਤੱਕ ਜਿਹੜੇ ਅਕਾਲੀ ਨੇ ਉਹ ਰਾਜ ਕਰਦੇ ਨੇ। ਔਰ ਜੋ ਪਹਿਲ ਦੱਸਿਆ ਜਾ ਰਿਹਾ, ਜੋ ਇਨਫੋਰਮੇਸ਼ਨ ਇਸ ਦੇ ਵਿੱਚ ਨਿਕਲ ਕੇ ਆਈ ਹੈ ਕਿ ਜਿਹੜੀ ਇਹ 700 ਏਕੜ ਜ਼ਮੀਨ ਖਰੀਦੀ ਹੈ, ਇਹ ਬੀਜ ਫਾਰਮ ਬਣਾਉਣ ਨੂੰ ਖਰੀਦੀ ਸੀ ਜੀ। ਪਰ ਹਾਲ ਦੀ ਘੜੀ ਤਾਂ ਉੱਥੇ ਉਹ ਜ਼ਮੀਨ ਨੂੰ ਦੇਖ ਕੇ ਉੱਥੇ ਸਰਕੰਡਾ ਜਿਹੜਾ ਐਡਾ ਖੜਾ ਹੋਇਆ ਜਾਂ ਕਹਿ ਲਈਏ ਕਿ ਜੰਗਲੀ ਘਾਹ ਜਿਹਨੂੰ ਕਹਿ ਦਿੰਦੇ ਆ, ਉਹ ਜਿਹੜਾ ਮਤਲਬ ਉਹ ਇੱਕ ਹਿਸਾਬ ਨਾਲ ਬੇਆਬਾਦ ਜ਼ਮੀਨ ਜਿਹੜੀ ਆ ਉਹ ਪਈ ਹੈਗੀ ਹੈ। ਉਹ ਉੱਥੇ ਬੀਜ ਫਾਰਮ ਦਾ ਤਾਂ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਔਰ ਦੂਜਾ, ਇਸ ਦੀ ਕੀਮਤ ਨੂੰ ਲੈ ਕੇ ਕੁਲਦੀਪ ਧਾਲੀਵਾਲ ਜਿਹੜੇ ਨੇ ਉਹ ਬਿਆਨ ਦਿੰਦੇ ਨਜ਼ਰ ਆਏ ਨੇ ਪੰਚਾਇਤ ਮੰਤਰੀ ਕਿ 32 ਕਰੋੜ ਦੇ ਵਿੱਚ ਇਹ 700 ਏਕੜ ਜ਼ਮੀਨ ਖਰੀਦੀ ਗਈ ਆ। ਲਗਭਗ 4.5 ਲੱਖ ਰੁਪਏ ਨੂੰ ਏਕੜ ਜਿਹੜਾ ਉਹ ਬੈਠ ਜਾਂਦੀ ਹੈਗੀ ਹੈ। ਤਾਂ ਕਹਿੰਦੇ ਕਿ ਬਹੁਤ ਮਹਿੰਗੇ ਮੁੱਲ ਖਰੀਦੀ ਗਈ ਜ਼ਮੀਨ ਹੈ, ਇੰਨਾ ਰੇਟ ਇੱਥੇ ਨਹੀਂ ਹੈਗਾ। ਮਤਲਬ ਆਪਾਂ ਹਿਸਾਬ ਲਾਓ ਕਿ 2008 ਅੱਜ 2022, ਉਹ ਇਹ 2022 'ਚ ਖੜ ਕੇ ਕਹਿ ਰਹੇ ਨੇ ਕਿ ਅੱਜ ਵੀ ਇੰਨਾ ਰੇਟ ਨਹੀਂ ਹੈਗਾ ਇਸ ਜ਼ਮੀਨ ਦਾ। ਇਹ ਬਹੁਤ ਜ਼ਿਆਦਾ ਮਹਿੰਗੇ ਮੁੱਲ ਜਿਹੜੀ ਹੈ ਜ਼ਮੀਨ ਖਰੀਦੀ ਗਈ ਆ, ਕਿਉਂਕਿ ਕੰਡਿਆਲੀ ਤਾਰ ਤੋਂ ਪਾਰ ਨੂੰ ਜੀ ਆਪਾਂ ਜਦੋਂ ਵੀ ਜ਼ਿਕਰ ਆਉਂਦਾ ਹੈ ਕਿ ਜਿਹੜੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ, ਭਾਰਤ ਪਾਕਿਸਤਾਨ ਜਿਹੜਾ ਕੌਮਾਂਤਰੀ ਸਰਹੱਦ ਹੈਗੀ ਹੈ, ਉੱਥੇ ਅਗਰ ਕਈ ਕਿਸਾਨ ਵੀ ਜਿਹੜੇ ਖੇਤੀ ਕਰਦੇ ਨੇ ਜਾਂ ਖੇਤੀ ਹੁੰਦੀ ਆ ਥੋੜ੍ਹੀ ਬਹੁਤ, ਉਹ ਕਹਿੰਦੇ ਕਿ ਬਹੁਤ ਕੋਈ ਸੁਖਾਵੇਂ ਵਿਧੀ ਜਾਂ ਤਰੀਕੇ ਨਾਲ ਨਹੀਂ ਹੋ ਜਾਂਦੀ ਹੈਗੀ, ਬਹੁਤ ਡਿਫੀਕਲਟ ਹੁੰਦਾ ਕਿਉਂਕਿ BSF ਦੀ ਇੰਟਰਵੈਂਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ। BSF ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਪਰਮਿਸ਼ਨ ਤੋਂ ਬਗੈਰ ਜਾ ਨਹੀਂ ਸਕਦੇ। ਫਿਰ ਉਹ ਪਰਮਿਸ਼ਨ ਮਿਲ ਵੀ ਜਾਵੇ ਤਾਂ ਇੱਕ ਟਾਈਮ ਫਰੇਮ ਹੁੰਦਾ ਕਿ ਇੰਨੇ ਟਾਈਮ ਫਰੇਮ 'ਚ ਕੰਮ ਕਰਕੇ ਤੁਸੀਂ ਫਿਰ ਜਿਹੜਾ ਉਹ ਕੰਡਿਆਲੀ ਤਾਰ ਤੋਂ ਇੱਧਰਲੇ ਪਾਸੇ ਆਉਣਾ ਹੈਗਾ। ਤਾਂ ਕਈ ਸਵਾਲ ਨੇ। ਉੱਥੇ ਜ਼ਮੀਨ ਖਰੀਦ ਕੇ ਕੀ ਗੱਲ ਪੰਜਾਬ ਐਡਾ ਵੱਡਾ ਸੀ, ਬੀਜ ਫਾਰਮ ਜਿਹੜਾ ਹੋਰ ਕਿਤੇ ਕਿਉਂ ਨਹੀਂ ਉਸ ਦਾ ਜ਼ਮੀਨ ਜਿਹੜੀ ਆ ਉਹ ਅਕਾਲੀ ਸਰਕਾਰ ਜਿਹੜੀ ਹੈ ਲੈ ਸਕੀ ਹੈਗੀ ਹੈ ਕਿ ਤਾਂ ਉਹ ਇਸ ਕਰਕੇ ਸਵਾਲ ਉੱਠ ਰਹੇ ਨੇ। ਔਰ ਆਮ ਆਦਮੀ ਪਾਰਟੀ ਕੁਲਦੀਪ ਸਿੰਘ ਧਾਲੀਵਾਲ ਹੁਣ ਕਹਿ ਰਹੇ ਨੇ ਕਿ ਇਸ ਦੀ ਮੁਕੰਮਲ ਜਿਹੜੀ ਹੈ ਉਹ ਜਾਂਚ ਹੋਏਗੀ ਕਿ ਇੰਨੇ ਮਹਿੰਗੇ ਮੁੱਲ ਜ਼ਮੀਨ ਜਿਹੜੀ ਹੈ ਕਿਉਂ ਖਰੀਦੀ ਗਈ। ਉਸ ਦੇ ਵਿੱਚ ਇੱਕ ਹੋਰ ਫੈਕਟ ਇਹ ਹੈ ਕਿ 32 ਕਰੋੜ ਦੀ ਤਾਂ ਜ਼ਮੀਨ ਹੋ ਗਈ, 4.5 ਲੱਖ ਏਕੜ ਨੂੰ ਤਾਂ ਜ਼ਮੀਨ ਹੋ ਗਈ। 8 ਕਰੋੜ ਦਾ ਕਹਿੰਦੇ ਕਿ ਹੋਰ ਸਾਜ਼ੋ ਸਮਾਨ ਸਮੱਗਰੀ ਜਿਹੜੀ ਹੈ ਜਿਸ 'ਚ ਕਿ ਟਰੈਕਟਰ, ਜਨਰੇਟਰ, ਹੋਰ ਲਟਰਮ ਪਟਰਮ ਜੋ ਮਤਲਬ ਕਹਿੰਦੇ ਵੀ ਉਹ ਜ਼ਮੀਨ ਦੇ ਲਈ ਵਰਤਣਾ ਸੀਗਾ ਬੀਜ ਫਾਰਮ ਦੇ ਲਈ, ਕਹਿੰਦੇ ਉਹ ਵੀ ਖਰੀਦਿਆ ਤੇ ਉਹ ਉਸੇ ਤਰੀਕੇ ਦੇ ਨਾਲ
ਉੱਥੇ ਮਤਲਬ ਇੱਕ ਹਿਸਾਬ ਨਾਲ ਕਹਿ ਲਈਏ ਕਿ ਜੰਗ ਲੱਗੀ ਕੰਡੀਸ਼ਨ ਦੇ ਵਿੱਚ ਹੁਣ ਉਹ ਖੜਾ ਹੈਗਾ ਉੱਥੇ। ਸਾਰਾ ਸਾਜ਼ੋ ਸਮਾਨ ਕਹਿੰਦੇ ਵੀ ਉਹ ਕੋਈ ਕਿਸੇ ਵਰਤੋਂ ਦੇ ਵਿੱਚ ਨਹੀਂ ਹੈਗਾ ਤੇ ਉਹ ਬਿਲਕੁਲ ਵਰਤੋਂ ਨਹੀਂ ਹੋ ਰਹੀ ਹੈਗੀ। 32 ਕਰੋੜ ਇਹ ਹੋ ਗਿਆ ਔਰ 8 ਕਰੋੜ ਦਾ ਤੁਸੀਂ ਉਹ ਸਮਾਨ ਲਗਾ ਲਓ, ਟੋਟਲ 40 ਕਰੋੜ ਰੁਪਈਆ ਬਣ ਜਾਂਦਾ। 40 ਕਰੋੜ ਰੁਪਈਆ ਕਹਿੰਦੇ ਕਿ ਉੱਥੇ ਲਾਇਆ, ਪਰ ਨਾ ਤਾਂ ਉੱਥੇ ਬੀਜ ਫਾਰਮ ਨਾ ਕੁਛ ਵੀ ਉੱਥੇ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। 2008 ਤੋਂ 2022 ਹੈ, ਇੱਕ ਤਕਰੀਬਨ ਡੇਢ ਕੁ ਦਹਾਕਾ ਮੰਨ ਲਈਏ ਆਪਾਂ, ਡੇਢ ਕੁ ਦਹਾਕਾ ਬੀਤ ਚੁੱਕਿਆ ਤੇ ਹਾਲ ਦੀ ਘੜੀ ਉੱਥੇ ਕੁਝ ਵੀ ਨਹੀਂ ਹੈ। ਆਮ ਆਦਮੀ ਪਾਰਟੀ ਜਦੋਂ ਪਾਵਰ ਦੇ ਵਿੱਚ ਆਉਣਾ ਸੀ ਜਾਂ ਪਾਵਰ 'ਚ ਆਉਣ ਤੋਂ ਬਾਅਦ ਲਗਾਤਾਰ ਜਿਹੜੇ ਨੇ ਉਹ ਅਲੱਗ-ਅਲੱਗ ਘੁਟਾਲਿਆਂ ਦਾ ਜ਼ਿਕਰ ਜਿਹੜਾ ਹੋ ਰਿਹਾ ਔਰ ਕਈ ਮੰਤਰੀ ਵੀ ਕਾਂਗਰਸ ਦੇ ਜਿਹੜੇ ਨੇ ਅੜਿੱਕੇ ਆਏ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ, ਔਰ ਹੁਣ ਇਹ 700 ਏਕੜ ਜ਼ਮੀਨ ਦਾ ਘਪਲਾ ਜਿਹੜਾ ਉਹ ਸਾਹਮਣੇ ਆਇਆ। ਦੇਖਦੇ ਆ ਕਿ ਕਿਵੇਂ ਹੁਣ ਅਗਲੇ ਦਿਨ ਕਾਰਵਾਈ ਹੁੰਦੀ ਹੈ। ਜੀ ਬਿਲਕੁਲ। ਪਰ ਬਲਦੀਪ ਜੀ, ਉੱਥੇ ਇੱਕ ਵੱਡਾ ਸਵਾਲ ਹੈ ਕਿ 700 ਏਕੜ ਦਾ ਏਰੀਆ ਕੋਈ ਥੋੜਾ ਏਰੀਆ ਨਹੀਂ ਹੁੰਦਾ। ਕੰਡਿਆਲੀ ਪਾਰ ਨਾ, ਜਿੱਥੇ ਆਪਾਂ ਕਹਿੰਦੇ ਆ ਕਿ ਆਮ ਲੋਕਾਂ ਦੇ ਬੀਜਣ ਵਾਹੁਣ ਦੇ ਲਈ ਇੱਕ ਸਮਾਂ ਨਿਰਧਾਰਿਤ ਕੀਤਾ ਹੋਇਆ ਕਿ ਤੁਸੀਂ ਕਿੰਨੇ ਵਜੇ ਐਂਟਰੀ ਕਰਨੀ ਹੈ ਤੇ ਕਿੰਨੇ ਵਜੇ ਨੂੰ ਤੁਸੀਂ ਵਾਪਸ ਆ ਜਾਣਾ। ਬਸ ਉਸ ਏਰੀਏ ਦੇ ਵਿੱਚ ਜ਼ਮੀਨ ਦਾ ਖਰੀਦ ਲੈਣਾ ਤੇ ਉੱਥੇ ਬੀਜ ਫਾਰਮ ਦਾ ਵੀ ਕਹਿ ਦੇਣਾ ਕਿ ਹਾਂ ਉੱਥੇ ਬੀਜ ਫਾਰਮ ਹੈ ਜਿਹੜਾ ਉਹ ਬਣਾਇਆ ਜਾਵੇਗਾ। ਤਾਂ ਵਾਕਈ ਹੀ ਬੜਾ ਵੱਡਾ ਇੱਕ ਆਪਾਂ ਕਹਿੰਦੇ ਕਿ ਵਾਕਈ ਹੀ ਇੱਕ ਬੜੀ ਵੱਡੀ ਗੱਲ ਹੈ। ਤਾਂ ਜਿਹੜੀ ਹੁਣ ਤੱਕ ਲੋਕਾਂ ਤੋਂ ਛੁਪਾ ਕੇ ਰੱਖੀ ਹੋਈ ਸੀ ਤਾਂ ਹੁਣ ਇਹ ਸਾਹਮਣੇ ਆਈ ਹੈ। ਤਾਂ ਇਸ ਦੇ ਪਿੱਛੇ ਕੀ ਲੱਗਦਾ ਕਿ ਬੀਜ ਫਾਰਮ ਤਾਂ ਉੱਥੇ ਨਹੀਂ ਬਣਿਆ, ਪਰ ਅਕਾਲੀਆਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ, ਖਾਸ ਕਰਕੇ ਉਹੀ ਏਰੀਏ ਦੇ ਵਿੱਚ ਜੇ ਗੱਲ ਕੀਤੀ ਜਾਵੇ, ਵਿਕਰਮ ਸਿੰਘ ਮਜੀਠੀਏ ਦੀ ਗੱਲ ਕੀਤੀ ਜਾਵੇ, ਖਾਸ ਕਰਕੇ ਜਿਹੜੇ ਉਸ ਟਾਈਮ ਤੇ ਬਹੁਤ ਜ਼ਿਆਦਾ ਸਰਗਰਮ ਸੀਗੇ। ਤਾਂ 700 ਏਕੜ ਜ਼ਮੀਨ ਦਾ ਖਰੀਦਣਾ ਤੇ ਜਿਸ ਤਰੀਕੇ ਦੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ, ਤਾਂ ਲੱਗਦਾ ਹੈ ਕਿ ਵਾਕਿਆ ਹੀ ਉਹ ਇਲਜ਼ਾਮ ਕਿਤੇ ਨਾ ਕਿਤੇ ਸਹੀ ਨਜ਼ਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਦੇਖੋ ਜੀ, ਬਿਲਕੁਲ ਅਕਾਲੀਆਂ ਦੇ ਟਾਈਮ ਤੇ ਜ਼ਮੀਨ ਨੂੰ ਲੈ ਕੇ ਤਾਂ ਕਾਫੀ ਚੀਜ਼ਾਂ ਜਿਹੜੀਆਂ ਨੇ, ਬਲਕਿ ਆਮ ਆਦਮੀ ਪਾਰਟੀ ਤਾਂ ਬੜੇ ਜ਼ੋਰ ਸ਼ੋਰ ਨਾਲ ਇਹ ਇਲਜ਼ਾਮਬਾਜ਼ੀ ਵੀ ਖੈਰ ਪਾਰਟੀਆਂ ਇੱਕ ਦੂਜੇ ਤੇ ਲਾਉਂਦੀਆਂ ਨੇ ਕਿ ਅਕਾਲੀਆਂ ਦੇ ਟਾਈਮ ਦੇ ਉੱਪਰ ਜਿਹੜੀ ਆ ਉਹ ਜ਼ਮੀਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਨੇ ਉਹ ਵਿਵਾਦ ਹੋਏ ਹੈਗੇ ਨੇ ਔਰ ਹੁਣ ਤੱਕ ਕਹਿੰਦੇ ਵੀ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ। ਤੇ ਦੂਜੇ ਪਾਸੇ ਅਗਰ ਇਸੇ 700 ਏਕੜ ਦੀ ਹੀ ਜ਼ਮੀਨ ਦੀ ਗੱਲ ਕੀਤੀ ਜਾਵੇ ਤਾਂ ਇਹ 'ਚ ਹੋਰ ਨਾਂ ਵੀ ਸ਼ਾਮਲ ਹੁੰਦੇ ਨੇ। ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਜਿਹੜਾ ਉਹ ਤਨਖਾਹੀਆ ਕਰਾਰ ਦਿੱਤਾ ਗਿਆ ਹੈਗਾ ਔਰ ਸਜ਼ਾ ਜਿਹੜੀ ਆ ਉਹ ਲਾਈ ਗਈ ਹੈ ਵੀ ਇੰਨੇ ਦਿਨ ਤੁਸੀਂ ਦਰਬਾਰ ਸਾਹਿਬ ਆਉਣਾ ਤੇ ਜੋ ਵੀ ਚੀਜ਼ਾਂ ਕਰਨੀਆਂ ਹੈਗੀਆਂ ਨੇ। ਤੇ ਉਹ ਸੁੱਚਾ ਸਿੰਘ ਲੰਗਾਹ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਜਿਸ ਵੇਲੇ ਇਹ ਜ਼ਮੀਨ ਦੀ ਖਰੀਦੋ ਫਰੋਖਤ ਹੁੰਦੀ ਹੈ। ਸੁੱਚਾ ਸਿੰਘ ਲੰਗਾਹ ਉਸ ਵੇਲੇ ਖੇਤੀਬਾੜੀ ਮੰਤਰੀ ਸੀ। ਇੱਕ ਜਿਹੜੇ ਸਿਵਲ ਸਰਵਿਸਿਜ਼ ਦੇ ਆਫਿਸਰ ਨੇ ਕਾਹਨ ਸਿੰਘ ਪੰਨੂ, ਬਹੁਤ ਚਰਚਿਤ ਰਹੇ ਨੇ ਉਹ, ਚਾਹੇ ਉਹ ਜਿਹੜਾ ਅਕਾਲੀ ਗਵਰਨਮੈਂਟ ਰਹੀ ਹੋਵੇ ਉਸ ਤੋਂ ਬਾਅਦ ਚਾਹੇ ਕੈਪਟਨ ਗਵਰਨਮੈਂਟ ਰਹੀ ਹੋਵੇ, ਦੋਨਾਂ ਸਰਕਾਰਾਂ ਦੇ ਵਿੱਚ ਬਹੁਤ ਆਲਾ ਪੋਜੀਸ਼ਨਾਂ ਦੇ ਉੱਪਰ ਉਹ ਅਫਸਰ ਰਹੇ ਨੇ ਕਾਹਨ ਸਿੰਘ ਪੰਨੂ। ਤੋ ਖੈਰ ਉਹਨਾਂ ਦੀ ਉਸ ਵੇਲੇ ਤਾਂ ਕਾਫੀ ਜ਼ਿਆਦਾ ਸ਼ਲਾਘਾ ਜਿਹੜੀ ਆ ਉਹ ਕੀਤੀ ਜਾਂਦੀ ਸੀ। 2007 ਤੋਂ ਲੈ ਕੇ 17 ਤੱਕ ਅਕਾਲੀ ਗਵਰਨਮੈਂਟ ਦੇ ਵੇਲੇ ਵੀ ਔਰ ਕਾਂਗਰਸ ਦੀ ਕੈਪਟਨ ਵਜ਼ਾਰਤ ਵੇਲੇ ਵੀ ਕਾਫੀ ਜ਼ਿਆਦਾ ਉਹ ਹਾਈਲਾਈਟਡ ਰਹੇ ਨੇ ਉਹ ਸਿਵਲ ਸਰਵਿਸਿਜ਼ ਦੇ ਆਫਿਸਰ। ਪਰ ਹੁਣ ਜਿਉਂ ਹੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਫਾਰਮ ਹੋਈ ਹੈ ਤਾਂ ਉਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੁਣ ਲਿਆ ਜਾ ਰਿਹਾ। ਔਰ ਉਸ ਵੇਲੇ ਉਹ, ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਾਹਨ ਸਿੰਘ ਪੰਨੂ ਦਾ, ਉਸ ਵੇਲੇ ਅੰਮ੍ਰਿਤਸਰ ਦੇ ਡੀਸੀ ਸੀ, ਡਿਪਟੀ ਕਮਿਸ਼ਨਰ ਸੀ ਉਸ ਵੇਲੇ ਅੰਮ੍ਰਿਤਸਰ ਦੇ, ਕਿਉਂਕਿ ਬਿਊਰੋਕਰੇਟਸ ਇਨਵੋਲਵਡ ਹੁੰਦੇ ਨੇ ਜਦੋਂ ਵੀ ਕੋਈ ਇਦਾਂ ਦਾ ਕੋਈ ਵੱਡੀ ਡੀਲ ਹੁੰਦੀ ਹੈ। ਸੋ ਇਹ ਨਾਂ ਨੇ ਜਿਹੜੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋ ਗਏ, ਐਗਰੀਕਲਚਰ ਮਿਨਿਸਟਰ ਸੁੱਚਾ ਸਿੰਘ ਲੰਗਾਹ ਹੋ ਗਏ ਤੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਹੋ ਗਏ। ਇਹ ਮੈਨੂੰ ਲੱਗਦਾ ਵੀ ਹੁਣ ਜੇ ਅਗਰ ਜਾਂਚ ਹੋਏਗੀ ਤਾਂ ਹੁਣ ਫਿਰ ਤਿੰਨੇ ਹੀ ਜਿਹੜੇ ਨੇ ਇੱਕ ਲਾਈਨ ਦੇ ਵਿੱਚ ਆਉਣਗੇ। ਜੀ ਬਿਲਕੁਲ। ਤਾਂ ਫਿਰ ਸਾਰਿਆਂ ਨੂੰ ਹੀ ਪਾਰ ਲੰਘਾਇਆ ਜਾਵੇਗਾ ਤੇ ਆਖਿਰ ਕਰਕੇ ਕੁਝ ਨਿਕਲ ਕੇ ਸਾਹਮਣੇ ਆਉਂਦਾ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਫਿਲਹਾਲ ਜਿਹੜੇ ਕਾਲਰ ਨੇ ਉਹ ਸਾਡੇ ਨਾਲ ਜੁੜ ਗਏ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਧਾਲੀਵਾਲ ਤੇ ਕੰਗ ਸਾਹਿਬ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ ਜੀ, ਸਵਾਗਤ ਹੈ ਤੁਹਾਡਾ। ਅੱਛਾ, ਵੈਸੇ ਤਾਂ ਚਲੋ ਮੁੱਦੇ ਤੁਸੀਂ ਹਮੇਸ਼ਾ ਵਧੀਆ ਵੀ ਲਿਆਣੇ, ਇੰਪੋਰਟੈਂਟ ਵੀ ਲਿਆਣੇ ਆ, ਤੇ ਜਿਹੜਾ ਹੈਗਾ 700 ਏਕੜ ਦਾ ਸਾਜੋ ਸਮਾਨ ਆ ਨਾ, ਜੇ ਪਾਣੀ ਬੱਸ ਵਿੱਚ ਰਖਾ ਦਿਓ, ਇਹ ਕਿਤੇ ਆਪਾਂ ਲੈ ਜਾਵਾਂਗੇ। ਦੂਜੀ ਗੱਲ ਹੈ, ਡਾਕਟਰ ਹਰਸਿੰਦਰ ਕੌਰ ਹੋਣਾ ਕੋਲ ਅਸੀਂ ਕੁਛ ਇੱਕ ਸੁਣੀ ਦਾ ਪੂਰਾ ਜਿਹੜਾ ਨਾਮ ਵੀ ਕਰਤਾ ਸੁਣੀ ਨਾ, ਛੋਟੇ ਬੜੇ ਨਾਮ ਦੀ, ਉਹ ਬਹੁਤ ਹੀ ਵਧੀਆ ਚੀਜ਼ ਲੈਂਦੀ ਆ। ਮੇਰੇ ਖਿਆਲ ਸਾਡੇ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਕਈ ਲੋਕ ਆਪਾਂ ਸੋਚਦੇ ਹਾਂ ਕਿ ਛੋਟਾ ਨਾਂ ਲੈ ਕੇ ਸਾਡੇ ਕਾਰੋਬਾਰ ਵੱਧ ਚੱਲਣਗੇ, ਖਾਸ ਕਰਕੇ ਗੋਰਿਆਂ ਧਰਤੀ ਵਿੱਚ ਉਹ ਇਹ ਗੱਲ ਭੁੱਲ ਗਏ ਕਿ ਜਿਹੜਾ ਨਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾਂ ਆਪਣੇ ਕਿਸੇ ਵੀ ਗੁਰੂ ਤੋਂ ਵੱਡੇ ਤੋਂ ਲੈ ਕੇ ਰੱਖਦੇ ਹੋ, ਉਸ ਤੋਂ ਨਾਂ ਨੂੰ ਤੁਸੀਂ ਕੱਟ ਲਾਉਂਦੇ ਆ,
ਸ਼ਾਇਦ ਉਹ ਤੁਹਾਡੇ ਹੱਕ ਵਿੱਚ ਨਹੀਂ ਗੱਲ ਜਾਂਦੀ। ਸੋ ਸਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ। ਬਾਕੀ ਮੁੱਦੇ ਤੁਹਾਡੇ ਵੈਰੀ ਇੰਪੋਰਟੈਂਟ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਸੋ ਪਿਆਰਾ ਸਿੰਘ ਜੀ ਸਾਡੇ ਨਾਲ ਜੁੜੇ ਸੀ ਤਾਂ ਇਹਨਾਂ ਨੇ ਆਪਣਾ ਪੱਖ ਰੱਖਿਆ। ਸੋ ਇਸੇ ਤਰ੍ਹਾਂ ਹੀ ਜੇ ਅਸੀਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਕੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਦਲਜੀਤ ਤੇ ਕਾਂਗ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੇ ਗੱਲ ਇਹ ਨਿਕਲਾ ਕੋਈ ਹੈ ਨਹੀਂ ਗੱਲਾਂ ਤੋਂ, ਜਿੰਨੀਆਂ ਜ਼ਮੀਨਾਂ ਇਕੱਠੀਆਂ ਕੀਤੀਆਂ ਸੀ ਵੀ ਆਹ 9,000 ਏਕੜ ਕਹੀ ਜਾਂਦੇ ਨੇ, ਸਾਰਿਆਂ ਦੇ ਸਟੇ ਲੱਗਿਆ ਪਿਆ ਇਹਨਾਂ ਦੇ। ਗੱਲਾਂ ਵਾਲਿਆਂ ਮਾਰਦੇ ਨੇ, ਇਹਨਾਂ ਦਾ ਕੋਈ ਮਹਾੜੀ ਜਿੰਨੀ ਜ਼ਮੀਨ ਮਹਿੰਗੀ ਦੀਆਂ ਕੋਠੀਆਂ ਸੀਗੀਆਂ ਉਹ ਇਹਨਾਂ ਕੋਈ ਹੱਥ ਪਾਇਆ ਨਹੀਂ ਕਿਸੇ ਨੂੰ। ਪਿੰਡਾਂ ਦੇ ਲੋਕਾਂ ਨੂੰ ਜੇ ਗਰੀਬ ਲੋਕ ਉਹਨਾਂ ਦੇ ਦੱਬੀ ਜਾਂਦੇ ਨੇ ਧੱਕੇ ਨਾਲ, ਉਹਨੂੰ ਸਟੇ ਮਿਲੀ ਜਾਂਦਾ। ਆ ਜਿਹੜੇ ਬੜਿਆਂ ਦੇ ਦੱਬੇ ਨੇ ਉਹ ਕਹਿੰਦੇ ਉਹਨਾਂ ਦੀ ਜ਼ਮੀਨ ਕੋਈ ਕਿਤੇ ਨਹੀਂ ਚੱਕੀ ਨਹੀਂ ਮਾਮਲਾ ਇਹਨਾਂ ਨੇ। ਹੁਣ ਜਮੀ ਚੁੱਪ ਜੇ ਕਰਕੇ ਬਹਿ ਗਏ, ਆਹ ਸਾਨੂੰ ਕਿੱਥੋਂ ਕੱਢ ਲਿਆ ਹੁਣ ਨਵਾਂ, ਨਹੀਂ ਪਹਿਲਾਂ ਹੁਣ ਟਿਕੇ ਬੈਠੇ ਚੁੱਪ ਕਰਕੇ। ਗੱਲਾਂ ਵਾਲਿਆਂ ਮਾਰਦੇ ਨੇ। ਬਾਕੀ ਜਿਹੜਾ ਬੈਠੇ ਨੇ ਮੰਦਰ ਸਾਹਿਬ ਦੇ ਛੰਦ ਬੈਠੇ ਨੇ, ਇਹਨਾਂ ਨੇ ਤਾਂ ਇਹੀ ਕੰਮ ਕਰਨਾ। ਹੁਣ ਚੱਲਾਂਗੇ ਉਹਨੂੰ ਫੇਰ ਵਿੱਚ ਬਾੜ ਲੈਣਗੇ। ਇਹਨਾਂ ਦਾ ਤਾਂ ਹੀ ਤਾਂ ਇਹਨੇ ਬੇੜਾ ਉਠਾਇਆ ਕੌਮ ਦਾ, ਨਾ ਧਰਮ ਦਾ ਨਾਲੇ ਦੂਜਾ ਪੰਥ ਦਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਆਪਣਾ ਪੱਖ ਰੱਖਿਆ। ਸੋ ਵਾਕਿਆ ਹੀ ਤਾਂ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਆ ਕਿ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ, ਜਦੋਂ ਕੁਲਦੀਪ ਸਿੰਘ ਧਾਲੀਵਾਲ ਥੋੜ੍ਹੇ ਸਰਗਰਮ ਹੋਏ ਤਾਂ ਉਦੋਂ ਪਤਾ ਲੱਗਦਾ ਸੀ ਕਿ ਅੱਜ ਮੋਹਾਲੀ ਦੇ ਇੱਥੋਂ ਜ਼ਮੀਨ ਛੁਡਵਾ ਲਈ ਹੈ ਜੀ, ਅੱਜ ਉੱਥੋਂ ਜ਼ਮੀਨ ਛੁਡਵਾ ਲਈ ਹੈ, ਅੰਮ੍ਰਿਤਸਰ ਚਲੇ ਗਏ ਨੇ, ਬਠਿੰਡੇ ਚਲੇ ਗਏ ਨੇ, ਹੈ ਨਾ। ਤਾਂ ਉਦੋਂ ਐਂ ਲੱਗਦਾ ਸੀਗਾ ਵੀ ਠੀਕ ਹੈ, ਜਿਹੜੇ ਕਬਜ਼ੇ ਨੇ, ਨਜਾਇਜ਼ ਕਬਜ਼ੇ ਨੇ, ਉਹਨਾਂ ਨੂੰ ਛੁਡਵਾਇਆ ਜਾ ਰਿਹਾ ਹੈ। ਵੱਡੇ ਵੱਡੇ ਅਫਸਰ ਜਿਨ੍ਹਾਂ ਨੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਫਾਰਮ ਬਣਾਏ ਹੋਏ ਨੇ ਵੀ ਠੀਕ ਹੈ, ਕਦੇ ਨਾ ਕਦੇ ਜਿਹੜੇ ਵੱਡੇ ਲੋਕ ਨੇ, ਵੱਡੇ ਮਗਰਮੱਛ ਨੇ, ਉਹਨਾਂ ਤੱਕ ਵੀ ਹੱਥ ਪੁੱਜੇਗਾ। ਬਟ ਉਹ ਗੱਲਾਂ ਵੀ ਕਿਤੇ ਸਟੇ ਲੱਗ ਗਈ ਹੈ, ਕਿਤੇ ਬਸ ਸੁਰਖੀਆਂ ਦਾ ਹਿੱਸਾ ਬਣ ਗਏ ਨੇ। ਟੈਲੀਵਿਜ਼ਨਾਂ ਤੇ ਫੋਟੋਆਂ ਆ ਗਈਆਂ ਨੇ, ਗੱਡੀਆਂ ਸ਼ੁਕਦੀਆਂ ਹੋਈਆਂ ਦਿਖਾਈ ਦੇ ਦਿੱਤੀਆਂ ਨੇ, ਪਰ ਉਸ ਤੋਂ ਬਾਅਦ ਕੁਝ ਨਹੀਂ ਬਣਿਆ ਕਿ ਕੀ ਹੋਇਆ ਕੀ ਨਹੀਂ ਹੋਇਆ। ਤਾਂ ਲੋਕਾਂ ਦੇ ਮਨਾਂ 'ਚ ਵੀ ਸਵਾਲ ਸੀਗੇ ਕਿ ਜਿਹੜੀਆਂ ਜ਼ਮੀਨਾਂ ਛੁਡਵਾਈਆਂ ਗਈਆਂ ਕਿ ਆਖਿਰਕਾਰ ਉਹਨਾਂ ਦਾ ਇਹ ਕਰਨਗੇ ਕੀ? ਬਿਲਕੁਲ, ਕੀ ਲੋਕਾਂ ਦੀ ਮਦਦ ਕੀਤੀ ਜਾਵੇਗੀ? ਕੀ ਉੱਥੇ ਕੋਈ ਫੈਕਟਰੀਆਂ ਲਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ? ਪਰ ਸਰਕਾਰ ਉਸ ਮਸਲੇ ਤੱਕ ਪਹੁੰਚ ਹੀ ਨਹੀਂ ਪਾਈ, ਉੱਥੋਂ ਤੱਕ ਪਹੁੰਚ ਨਹੀਂ ਪਾਈ। ਇਹ ਸਿਰਫ ਜ਼ਮੀਨ ਮਿਲ ਗਈ ਹੈ ਜੀ, ਉਸ ਨੂੰ ਹੁਣ ਛੁਡਵਾਇਆ ਜਾਏਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ, ਸਿਰਫ ਉੱਥੋਂ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਬਹੁਤ ਸਾਰੇ ਮਸਲੇ ਨਵਦੀਪ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਮੀਡੀਆ ਦੇ ਵਿੱਚ ਆ ਕੇ ਕਹੇ ਜਾਂਦੇ ਨੇ, ਬਟ ਉਹ ਉਸ ਤੋਂ ਬਾਅਦ ਫਿਰ ਉਹਨਾਂ ਦੀ ਕੋਈ ਸੁੱਧ-ਬੁੱਧ ਲੈਣ ਵਾਲਾ ਜਿਹੜਾ ਉਹ ਕੋਈ ਨਹੀਂ ਹੁੰਦਾ ਹੈਗਾ। ਉਹ ਚਾਹੇ ਉਹ ਜ਼ਮੀਨਾਂ ਦੀ ਗੱਲ ਜਿਵੇਂ ਤੁਸੀਂ ਕੀਤੀ ਹੈ ਜਾਂ ਹੋਰ ਕਈ ਮਸਲੇ ਹੈਗੇ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਹਮਲਾਵਰ ਰੁਖ ਹੁੰਦੀ ਸੀ ਕਾਂਗਰਸ ਦੇ ਉੱਪਰ 22 ਦੀ ਇਲੈਕਸ਼ਨਸ ਤੋਂ ਪਹਿਲਾਂ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਨਸ਼ੇ ਦੇ ਵਿੱਚ, ਨਸ਼ਾ ਵੇਚਣ ਦੇ ਵਿੱਚ, ਇੱਦਾਂ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਲਾਉਂਦੀ ਸੀ। ਪਰ ਦੇਖੋ ਤੁਸੀਂ ਕਿ ਬਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਦੀ ਟੈਨਿਓਰ ਦੇ ਵਿੱਚ ਹੀ ਬਾਹਰ ਆ ਰਹੇ ਨੇ ਔਰ ਕਾਂਗਰਸ ਇਸੇ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਘੇਰ ਰਹੀ ਹੈ ਵੀ ਜਿਸ ਗੱਲ ਕਰਕੇ ਤੁਸੀਂ ਬਹੁਤ ਜ਼ਿਆਦਾ ਪ੍ਰਚਾਰ ਜਿਹੜਾ ਉਹ 22 ਦੀ ਇਲੈਕਸ਼ਨ ਦੇ ਵਿੱਚ ਕੀਤਾ ਸੀਗਾ, ਹੁਣ ਤੁਹਾਡੇ ਦੌਰ ਦੇ ਵਿੱਚ ਹੀ ਬਿਕਰਮ ਮਜੀਠੀਆ ਨੇ ਜਿਹੜੇ ਉਹ ਜ਼ਮਾਨਤ ਤੇ ਬਾਹਰ ਆ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਕਿ ਕੇਸ ਜਿਹੜਾ ਉਹ ਪੁੱਟ ਅਪ ਸਟਰੋਂਗਲੀ ਜਿਹੜਾ ਉਹ ਨਹੀਂ ਕੀਤਾ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਨੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਇਸੇ ਤਰੀਕੇ ਨਾਲ ਜ਼ਮੀਨ ਦੀ ਗੱਲ ਹੈ, ਜਿਵੇਂ ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਹੋ ਕਿ ਜਾਂ ਤਾਂ ਇਹ ਕਹਿ ਲਓ ਵੀ ਇਹ ਸ਼ਾਇਦ ਮੀਡੀਆ ਦੇ ਵਿੱਚ ਹਾਈਲਾਈਟ ਹੋਣ ਦਾ ਇੱਕ ਤਰੀਕਾ ਹੈਗਾ ਵੀ ਕਿਸੇ ਚੀਜ਼ ਦਾ ਜ਼ਿਕਰ ਕਰ ਦਿਓ, ਬਾਅਦ ਦੇ ਵਿੱਚ ਉਹਦਾ ਕੁਝ ਬਣਦਾ ਜਾਂ ਨਹੀਂ ਬਣਦਾ ਉਹ ਦੇਖੀ ਜਾਏਗੀ। ਤਾਂ ਇਹ ਵੀ ਇੱਕ ਚੀਜ਼ ਹੋ ਸਕਦੀ ਹੈ ਕਿ ਮੀਡੀਆ 'ਚ ਹਾਈਲਾਈਟ ਹੋਣ ਦਾ ਤਰੀਕਾ। ਪਰ ਚਲੋ ਜੇ ਅਗਰ ਪੰਚਾਇਤ ਮੰਤਰੀ ਨੇ ਇਹ 700 ਏਕੜ ਜ਼ਮੀਨ ਦਾ ਜ਼ਿਕਰ ਕੀਤਾ, ਚਲੋ ਹੋਵੇ ਜਾਂ ਨਾ ਹੋਵੇ ਤਾਂ ਹੁਣ ਡਿਫਰੈਂਟ ਚੀਜ਼ ਹੈ, ਪ੍ਰਸ਼ਾਸਨ ਦੇ ਉੱਪਰ ਨਿਰਭਰ ਹੈ, ਸਰਕਾਰ ਦੇ ਉੱਪਰ ਨਿਰਭਰ ਹੈ। ਪਰ ਲੋਕਾਂ ਤੱਕ ਤਾਂ ਘੱਟੋ ਘੱਟ ਜਿਹੜੀ ਹੈ ਉਹ ਗੱਲ ਜ਼ਰੂਰ ਪਹੁੰਚੀ ਹੈਗੀ ਹੈ। ਲੋਕ ਜਿਹੜੇ ਨੇ ਉਹ ਘੱਟੋ ਘੱਟ ਜ਼ਰੂਰ ਸੁਚੇਤ ਹੋ ਜਾਣਗੇ ਔਰ ਅਗਰ ਆਮ ਆਦਮੀ ਪਾਰਟੀ ਕੋਈ ਕਾਰਵਾਈ ਨਹੀਂ ਕਰਦੀ ਹੈ ਤਾਂ ਲੋਕ ਫਿਰ ਉਹਦਾ ਵੀ ਜਵਾਬ ਜਿਹੜਾ ਉਹ ਬਖੂਬੀ ਦੇਣਾ ਜਾਣਦੇ ਨੇ। ਵੋਟਾਂ ਦੇ ਵਿੱਚ ਫਿਰ ਉਹਦਾ ਵੀ ਜਵਾਬ ਜਿਹੜਾ ਉਹ ਦਿੱਤਾ ਜਾਂਦਾ ਹੈ। ਜੀ ਬਿਲਕੁਲ। ਤਾਂ ਤੁਸੀਂ ਗੱਲ ਕੀਤੀ ਹੈ ਕਿ ਸ਼ਾਇਦ ਮੀਡੀਆ ਦੇ ਵਿੱਚ ਹਾਈਲਾਈਟ ਹੋਣ ਦੇ ਲਈ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਤਾਂ ਹੁਣ ਐਵੇਂ ਹੀ ਇੱਕ ਹੋਰ ਖਬਰ ਹੈ ਜਿਸ ਦਾ ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਜ਼ਿਕਰ ਕਰਾਂਗੇ ਕਿ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਫਰਮਾਨ ਲਿਖਤੀ ਤੌਰ ਤੇ ਜਾਰੀ ਹੋਵੇਗਾ ਜਿਸ ਦੇ ਲਈ ਕਿ ਜੋ ਵੀ ਵਜ਼ਾਰਤ ਦਾ ਹਿੱਸਾ ਨੇ ਉਹ 5 ਸਿਤਾਰਾ ਹੋਟਲਾਂ ਦੇ ਵਿੱਚ ਨਹੀਂ ਰੁਕਣਗੇ। ਸਰਕਟ ਹਾਊਸ ਦੇ ਵਿੱਚ ਜੋ ਗੈਸਟ ਹਾਊਸ ਬਣਾਏ ਗਏ ਨੇ ਉਹ ਉਹਨਾਂ ਨੂੰ ਹੀ ਵਰਤਣਗੇ। ਤਾਂ ਕਿਹਾ ਗਿਆ ਕਿ ਜਿਹੜਾ ਵਾਧੂ ਬੋਝ ਸਰਕਾਰੀ ਖਜ਼ਾਨੇ ਤੇ ਪੈ ਰਿਹਾ ਉਸ ਨੂੰ ਖਤਮ ਕਰਨ ਦੀ ਠੱਲ ਪਾਉਣ ਦੀ ਕੋਸ਼ਿਸ਼ ਹੈ ਉਹ ਕੀਤੀ ਜਾਵੇਗੀ। ਬਿਲਕੁਲ ਬਿਲਕੁਲ ਨਦੀਪ,
ਬਹੁਤ ਇਹ ਵੀ ਚਰਚਾ ਦਾ ਵਿਸ਼ਾ ਰਹਿੰਦਾ ਕਿ ਮੰਤਰੀ, ਮੁੱਖ ਮੰਤਰੀ ਜਾਂ MLA ਨੇ ਜਿਹੜੇ ਉਹ 5 ਤਾਰਾ ਹੋਟਲਾਂ ਦੇ ਵਿੱਚ ਠਹਿਰਦੇ ਨੇ, ਵੱਡੇ ਬਿੱਲ ਬਣਦੇ ਨੇ, ਅਖੀਰ ਸਰਕਾਰ ਦੇ ਖਾਤੇ ਦੇ ਵਿੱਚ ਹੀ ਉਹ ਜਾ ਕੇ ਪੈਂਦਾ। ਆਪਾਂ ਨੂੰ ਯਾਦ ਹੈ ਜਦੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਏਅਰਪੋਰਟ ਨੂੰ ਰਵਾਨਾ ਕਰਨੀਆਂ ਸੀ ਆਮ ਆਦਮੀ ਪਾਰਟੀ ਦੀ ਜਦੋਂ ਕਾਲ ਦੇ ਵਿੱਚ ਜਾਂ ਪਿੱਛੇ ਜੇ, ਉਦੋਂ ਜਲੰਧਰ ਦੇ ਵਿੱਚ ਅਰਵਿੰਦ ਕੇਜਰੀਵਾਲ ਆਏ ਸੀ ਤੇ ਮੁੱਖ ਮੰਤਰੀ ਗਏ ਸੀ ਔਰ ਬਿੱਲ ਦਾ ਬੜਾ ਰੌਲਾ ਪਿਆ ਸੀ। ਪ੍ਰਤਾਪ ਸਿੰਘ ਬਾਜਵਾ ਕੱਢ ਕੇ ਲਿਆਏ ਸੀ, ਕਹਿੰਦੇ ਵੀ ਆਹ ਦੇਖੋ ਜੀ ਇੰਨਾ ਬਿੱਲ ਹੈ ਜੀ, ਇੰਨਾ ਬਿੱਲ 5 ਤਾਰਾ ਹੋਟਲ ਦਾ ਜਿਹੜਾ ਉਹ ਪੈ ਗਿਆ ਹੈਗਾ, ਵੀ ਸਰਕਿਟ ਹਾਊਸ ਜਾਂ ਗੈਸਟ ਹਾਊਸ ਦੇ ਵਿੱਚ ਕਿਉਂ ਨਹੀਂ ਰੁਕਿਆ ਗਿਆ। ਕਹਿੰਦੇ ਐਡਾ ਲਾਗੇ ਸੀ ਉਹ ਸਰਕਿਟ ਗੈਸਟ ਹਾਊਸ ਵੀ ਜੇ ਵੱਟਾ ਮਾਰੋ ਤਾਂ ਵੀ ਉੱਥੋਂ 5 ਸਟਾਰ ਹੋਟਲ ਤੋਂ ਸਰਕਿਟ ਜਾਂ ਗੈਸਟ ਹਾਊਸ ਦੇ ਵਿੱਚ ਜਾ ਕੇ ਗਿਰਦਾ। ਤੇ ਉਹ ਬੜਾ ਚਰਚਾ ਦਾ ਵਿਸ਼ਾ ਰਿਹਾ ਸੀ। ਹੁਣ ਆਮ ਆਦਮੀ ਪਾਰਟੀ ਉਸੇ ਕਲਚਰ ਨੂੰ ਖਤਮ ਕਰਨ ਦੇ ਲਈ ਗੈਸਟ ਹਾਊਸ ਦਾ ਰੁਖ ਕਰਨ ਲਈ ਦੀ ਗੱਲ ਜਿਹੜੀ ਹੈ ਉਹ ਕਹਿ ਰਹੀ ਹੈ। ਗੈਸਟ ਹਾਊਸ, ਰੈਸਟ ਹਾਊਸ ਜਾਂ ਸਰਕਿਟ ਹਾਊਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਉਹਦਾ ਕਹਿੰਦੇ ਕਿ ਰੁਖ ਕਰਾਂਗੇ। ਮੰਤਰੀਆਂ ਨੂੰ ਮੁੱਖ ਮੰਤਰੀ ਨੇ ਇਹ ਹਦਾਇਤ ਦਿੱਤੀ ਹੈ ਮੰਤਰੀਆਂ ਨੂੰ, MLA ਨੂੰ, ਕਿ ਜਿਹੜਾ ਉਹ ਕਿਤੇ ਵੀ ਅਗਰ ਜਾਂਦੇ ਨੇ ਤਾਂ ਸਰਕਾਰੀ ਗੈਸਟ ਹਾਊਸ ਦਾ, ਰੈਸਟ ਹਾਊਸ ਦਾ, ਸਰਕਿਟ ਹਾਊਸ ਦਾ ਇਸਤੇਮਾਲ ਕਰਨ। ਪਰ ਇਤਰਾਜ਼ਦੀ ਦੀ ਗੱਲ ਇਹ ਹੈ ਨਵਦੀਪ ਕਿ ਮੈਂ ਵੀ ਜਦੋਂ ਇਹ ਖਬਰ ਬਾਰੇ ਪੜ੍ਹ ਰਿਹਾ ਸੀਗਾ ਤਾਂ ਉਹਦੇ 'ਚ ਇਹ ਹੈ ਕਿ ਪਿਛਲੇ ਸਮਿਆਂ ਦੌਰਾਨ, ਕਿਉਂਕਿ 1997-98 ਦੇ ਦਹਾਕੇ ਦੇ ਵਿੱਚ ਜਿਹੜੇ ਰੈਸਟ ਹਾਊਸ ਜਾਂ ਗੈਸਟ ਹਾਊਸ ਬਣੇ ਸੀਗੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਈ ਆ। ਖਾਸ ਤੌਰ ਤੇ ਨਹਿਰਾਂ ਦੇ ਆਸ-ਪਾਸ ਜਿਹੜੇ ਕਈ ਗੈਸਟ ਹਾਊਸ ਬਣੇ ਸੀਗੇ ਉਹ ਜਿਹੜੇ ਨੇ ਉਹਨਾਂ ਦੇ ਵਿੱਚੋਂ 14 ਤਾਂ ਸਰਕਾਰ ਨੇ ਆਲਰੇਡੀ ਸੇਲ ਕਰ ਦਿੱਤੇ ਨੇ। ਤੁਸੀਂ ਦੇਖੋ ਕਿ ਇਹ ਵੀ ਇੱਕ ਚੀਜ਼ ਹੈਗੀ ਹੈ। 14 ਦੇ ਵਿੱਚੋਂ ਆਲਰੇਡੀ ਜਿਹੜੇ ਨੇ ਉਹ ਵੇਚ ਦਿੱਤੇ ਨੇ ਸਰਕਾਰ ਨੇ। ਭਾਵੇਂ ਉਹ ਕਿਸੇ ਵੀ ਸਰਕਾਰ ਦੀ ਮੈਂ ਗੱਲ ਨਹੀਂ ਕਰਦਾ ਉਸ ਚੀਜ਼ ਦੀ, ਪਰ ਉਹ ਵੇਚੇ ਨੇ ਸਰਕਾਰਾਂ ਨੇ। ਔਰ ਇਸ ਤੋਂ ਇਲਾਵਾ ਪਰ ਹਾਲੇ ਵੀ ਕਈ ਥਾਂ ਹੈਗੇ ਨੇ ਪਰ ਉਹਨਾਂ ਦੀ ਹਾਲਤ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਹੈ। ਹੁਣ ਜਦੋਂ ਇਹ ਹੁਕਮ ਭਗਵੰਤ ਮਾਨ ਦੇ ਰਹੇ ਨੇ ਕਿ ਆਪਣੇ ਮੰਤਰੀਆਂ ਨੂੰ ਜਾਂ ਵਿਧਾਇਕਾਂ ਨੂੰ, ਤਾਂ ਉਸ ਵੇਲੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਹਿਣਾ ਪੈ ਰਿਹਾ ਕਿ ਅਸੀਂ ਸਰਕਿਟ ਹਾਊਸ, ਗੈਸਟ ਹਾਊਸ ਤੇ ਰੈਸਟ ਹਾਊਸਾਂ ਦੀ ਜਿਹੜੀ ਮੁਰੰਮਤ ਹੈ ਉਹ ਵੀ ਕਰਵਾਵਾਂਗੇ। ਇਸ ਤੋਂ ਗੱਲ ਤੋਂ ਸਾਫ਼ ਜ਼ਾਹਰ ਹੁੰਦਾ ਕਿ ਜਿਹੜੇ ਇਹਨਾਂ ਦੀ ਹਾਲਤ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਹੈਗੀ ਹੈ ਪਿਛਲੇ ਦੌਰ ਦੇ ਵਿੱਚ, ਔਰ ਨਾ ਹੀ ਕਿਸੇ ਸਰਕਾਰ ਨੇ ਕੋਈ ਜ਼ਹਿਮਤ ਚੱਕੀ ਹੈ ਵੀ ਇਹਨਾਂ ਨੂੰ ਜਿਹੜਾ ਉਹ ਦਰੁਸਤ ਕੀਤਾ ਜਾਵੇ, ਠੀਕ ਕੀਤਾ ਜਾਵੇ, ਜਾਂ ਇਹਨਾਂ ਦੀ ਵਰਤੋਂ ਜਿਹੜੀ ਹੈ ਉਹ ਸਹੀ ਢੰਗ ਨਾਲ ਲਈ ਜਾਵੇ। ਆਪਾਂ ਦੇਖਦੇ ਹਾਂ ਕਿ ਸਰਕਾਰੀ ਜਿਹੜੇ ਗੈਸਟ ਹਾਊਸ ਹੁੰਦੇ ਨੇ ਉਹਨਾਂ ਦੇ ਵਿੱਚ ਇਕੱਲੇ ਮੰਤਰੀ ਨਹੀਂ, ਅਗਰ ਮੈਂ ਵੀ ਕਿਤੇ ਬਾਹਰ ਜਾਣਾ ਹੈਗਾ ਤਾਂ ਮੈਂ ਅਗਰ ਪ੍ਰੀ ਬੁਕਿੰਗ ਆਪਣੀ ਕਰਾਵਾਂ ਤਾਂ ਮੈਂ ਵੀ ਉੱਥੇ ਜਿਹੜਾ ਉਹ ਠਹਿਰ ਸਕਦਾ। ਉਹਦੇ ਤੋਂ ਚਲੋ ਜੋ ਵੀ ਉਹਨਾਂ ਦੇ ਚਾਰਜਿਸ ਹੋਣਗੇ ਬੜੇ ਨਾਰਮਲ ਮਿਨੀਮਲ ਚਾਰਜਿਸ ਹੁੰਦੇ ਨੇ, ਉਹ ਆਪਾਂ ਦੇ ਕੇ ਉੱਥੇ ਠਹਿਰ ਸਕਦੇ ਹਾਂ ਸਰਕਾਰੀ ਗੈਸਟ ਹਾਊਸ, ਰੈਸਟ ਹਾਊਸ ਦੇ ਵਿੱਚ। ਤੋ ਪਹਿਲਾਂ ਇਹ ਕਲਚਰ ਹੁੰਦਾ ਸੀ ਪਰ ਹੌਲੀ ਹੌਲੀ ਹੋਟਲ ਕਲਚਰ ਵੱਲ ਪਾਰਟੀਆਂ ਤੇ ਸਰਕਾਰਾਂ ਵਧੀਆਂ ਨੇ। ਤੇ ਹੁਣ ਚਲੋ ਜੇ ਅਗਰ ਭਗਵੰਤ ਮਾਨ ਇਹ ਕਦਮ ਚੱਕ ਰਹੇ ਨੇ ਕਿ ਦੁਬਾਰਾ ਤੋਂ ਗੈਸਟ ਹਾਊਸ, ਰੈਸਟ ਹਾਊਸ ਦੇ ਵਿੱਚ ਉੱਥੋਂ ਕੰਮਕਾਜ ਕਰਨ, ਉਹਨਾਂ ਨੇ ਇਹ ਕਿਹਾ ਕਿ ਕੰਮਕਾਜ ਉੱਥੋਂ ਕਰਨ MLA ਜਾਂ ਮੰਤਰੀ, ਬਜਾਏ ਕਿ 5 ਸਟਾਰ ਹੋਟਲ ਦੇ ਵਿੱਚ ਠਹਿਰਨ ਦੀ ਲੋੜ ਨਹੀਂ ਹੈਗੀ। ਤੋ ਚੰਗਾ ਕਦਮ ਹੈ ਅਗਰ ਇਹ ਇਸ ਤਰੀਕੇ ਨਾਲ ਹੁੰਦਾ। ਪਰ ਪਹਿਲਾ ਪਹਿਲ ਤਾਂ ਇਹ ਹੈ ਨਾ ਕਿ ਇਹਨਾਂ ਦੀ ਮੁਰੰਮਤ ਕਰਵਾਓ, ਉਹ ਰਹਿਣ ਜੋਗੇ ਹੋਣ, ਔਰ ਉਹਨਾਂ ਦੇ ਉੱਪਰ ਵੀ ਇੱਕ ਖਰਚਾ ਜਿਹੜਾ ਮੁਰੰਮਤ, ਰੈਨੋਵੇਸ਼ਨ ਦੇ ਉੱਪਰ ਵੀ ਇੱਕ ਖਰਚਾ ਜਿਹੜਾ ਉਹ ਸਰਕਾਰ ਨੂੰ ਕਰਨਾ ਪਏਗਾ। ਤਾਂ ਪਹਿਲੀ ਆਪਾਂ ਪ੍ਰਾਇੋਰਟੀ ਕਹਿ ਲਈਏ ਤਾਂ ਉਹ ਇਹ ਹੈ। ਉਸ ਤੋਂ ਬਾਅਦ ਜਿਹੜਾ ਫੇਰ ਪਤਾ ਲੱਗੇਗਾ ਵੀ ਇਹਨਾਂ ਦੀ ਕਿੰਨੀ ਕੁ ਵਰਤੋਂ ਹੁੰਦੀ ਹੈ, ਕਿੰਨੀ ਕੁ ਵਰਤੋਂ ਕੀਤੀ ਜਾਂਦੀ ਹੈ। ਜੀ ਬਿਲਕੁਲ। ਤਾਂ ਜਿਸ ਤਰੀਕੇ ਦੇ ਨਾਲ ਗੱਲਾਂ ਆ ਰਹੀਆਂ ਨੇ ਸਾਹਮਣੇ, ਤਾਂ ਉਵੇਂ ਹੀ ਇੱਕ ਬਿਆਨ ਜੋ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਉਹਨਾਂ ਤੇ ਖਰਾ ਉਤਰੇਗੀ ਤੇ ਬਹੁਤ ਸਾਰੇ ਉਪਰਾਲੇ ਉਸ ਦੇ ਲਈ ਕੀਤੇ ਵੀ ਜਾ ਰਹੇ ਨੇ। ਇਹ ਹਮੇਸ਼ਾ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ। ਪਰ ਇਸ ਦੇ ਪਿੱਛੇ ਦੀ ਖਬਰ ਕੀ ਹੈ ਉਹਦਾ ਵੀ ਆਪਾਂ ਜ਼ਿਕਰ ਕਰਾਂਗੇ। ਆਮ ਆਦਮੀ ਪਾਰਟੀ ਅਕਸਰ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ ਤੇ ਸਾਡੇ CM ਸਾਹਿਬ ਭਗਵੰਤ ਮਾਨ ਉਹ ਹਮੇਸ਼ਾ ਇਹੀ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਆਮ ਆਦਮੀ ਪਾਰਟੀ ਨੇ ਜਿਹੜੀਆਂ ਗੱਲਾਂ ਸਰਕਾਰ ਬਣਨ ਤੋਂ ਪਹਿਲਾਂ ਕੀਤੀਆਂ ਸੀ ਉਹਨਾਂ ਹੀ ਦਾਅਵਿਆਂ ਤੇ ਖਰੀ ਉਤਰੇਗੀ। ਹੌਲੀ ਹੌਲੀ ਉਹ ਕੰਮ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਤੇ ਜੇ ਗੱਲ ਕੀਤੀ ਜਾਵੇ ਬਿਜਲੀ ਦੇ ਬਿੱਲਾਂ ਦੀ, ਤਾਂ ਜੁਲਾਈ ਤੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਕਿ ਬਿੱਲ ਨੇ ਜਿਹੜੇ ਉਹ ਮੁਆਫ ਹੋਣਗੇ। ਸੋ ਬਹੁਤ ਸਾਰੇ ਲੋਕਾਂ ਨੂੰ ਉਸ ਸਮੇਂ ਤੇ ਬਿੱਲ ਵੀ ਆਏ। ਲੋਕਾਂ ਨੇ ਪੂਰਜੋਰ ਇਸ ਦਾ ਵਿਰੋਧ ਵੀ ਕੀਤਾ ਕਿ ਪਹਿਲਾਂ ਤਾਂ ਸਰਕਾਰ ਕਹਿੰਦੀ ਸੀ ਜੀ ਤੁਹਾਨੂੰ ਕੋਈ ਬਿੱਲ ਨਹੀਂ ਆਏਗਾ, ਬਟ ਹੁਣ ਬਿੱਲ ਆਉਣੇ ਸ਼ੁਰੂ ਹੋ ਗਏ ਨੇ। ਪਰ ਹੌਲੀ ਹੌਲੀ ਜੇ ਦੇਖਿਆ ਜਾਵੇ ਤਾਂ ਲੋਕ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ। ਸੋ CM ਸਾਹਿਬ ਵੱਲੋਂ ਇਹ ਗੱਲ ਕਹੀ ਗਈ ਹੈ ਕਿ 86% ਉਹਨਾਂ ਜਿਹੜੇ ਲੋਕ ਨੇ ਉਹਨਾਂ ਦੇ ਬਿੱਲ ਜ਼ੀਰੋ ਆਏ ਨੇ। ਇਸ ਲਈ ਸਾਡੀ ਆਵਾਮ ਖੁਸ਼ ਹੈ ਕਿ ਅਸੀਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਨੇ। ਸੋ ਉੱਥੇ ਹੀ ਜੇ ਗੱਲ ਕੀਤੀ ਜਾਵੇ
ਸੁਖਪਾਲ ਸਿੰਘ ਖਹਿਰਾ ਦੀ। ਤਾਂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ। ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਮੁਫਤ ਦੀਆਂ ਸਹੂਲਤਾਂ ਦੇਖ ਕੇ ਸਰਕਾਰੀ ਖਜ਼ਾਨੇ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਬਲਦੀਪ ਜੀ ਕੀ ਕਹਿਣਾ ਚਾਹੋ? ਲਖਦੇਵ ਜੀ, ਮਸਲਾ ਬਿਜਲੀ ਦਾ ਔਰ ਰਹਿ ਕੇ ਸਿਆਸਤ ਨੂੰ ਕਰੰਟ ਲਾਉਣ ਦਾ ਕੰਮ ਬਿਜਲੀ ਦਾ ਮਸਲਾ ਜਿਹੜਾ ਉਹ ਕਰਦਾ ਹੈ। ਤੇ ਹੁਣ ਵੀ ਪਹਿਲਾਂ ਕਹਿੰਦੇ ਬਿਜਲੀ ਮੁਫਤ ਨਹੀਂ ਹੋਈ ਤਾਂ ਵੀ ਬੜਾ ਚਰਚਾ ਸੀ, ਹੁਣ ਬਿਜਲੀ ਮੁਫਤ ਹੋ ਗਈ ਹੈ ਤਾਂ ਵੀ ਪੂਰਾ ਚਰਚਾ ਹੈਗਾ। ਪਹਿਲਾਂ ਵੀ ਇਹ ਸਵਾਲ ਉਠਾਏ ਜਾਂਦੇ ਸੀ ਕਿ ਬਿਜਲੀ ਅਗਰ ਤੁਸੀਂ ਮੁਫਤ ਦੇ ਰਹੇ ਹੋ, ਜਾਂ ਇਹ ਤੋਂ ਪਹਿਲਾਂ ਜਦੋਂ ਅਕਾਲੀ ਵਜ਼ਾਰਤ ਹੁੰਦੀ ਸੀ ਤਾਂ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜੀ ਆ ਉਸ ਵੇਲੇ ਸ਼ੁਰੂ ਕੀਤੀ ਗਈ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤਾਂ ਉਸ ਵੇਲੇ ਬੜਾ ਜ਼ੋਰ ਸ਼ੋਰ ਨਾਲ ਇਹ ਗੱਲ ਕਹੀ ਜਾਂਦੀ ਸੀ ਕਿ ਮੁਫਤ ਬਿਜਲੀ ਤਾਂ ਦੇ ਰਹੇ ਹੋ ਪਰ ਇਹਦਾ ਅਸਲ 'ਚ ਬੋਝ ਤਾਂ ਖਜ਼ਾਨੇ ਤੇ ਹੀ ਪੈਣਾ ਔਰ ਉਹਦਾ ਬੋਝ ਲੋਕਾਂ ਤੇ ਹੀ ਪੈਣਾ ਹੈਗਾ। ਚਲੋ ਉਹ ਤਾਂ ਬੰਬੀਆਂ ਦੀ ਬਿਜਲੀ ਸੀ, ਮੋਟਰਾਂ ਦੀ ਬਿਜਲੀ ਸੀਗੀ ਜਿਹੜੀ ਹੈ ਉਹ ਤਾਂ ਫਿਰ ਵੀ ਚਲੋ ਜਿੰਨੇ ਕੁ ਟਿਊਬਵੈੱਲ ਹੈਗੇ ਨੇ ਉਹਨੇ। ਹੁਣ ਤਾਂ ਮਤਲਬ ਆਮ ਲੋਕਾਂ ਲਈ ਵੀ ਬਿਜਲੀ ਜਿਹੜੀ ਆ ਉਹ ਮੁਫਤ ਕੀਤੀ ਗਈ ਹੈ। 600 ਯੂਨਿਟ ਜਿਹੜਾ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਅਸੀਂ ਫ੍ਰੀ ਦੇਵਾਂਗੇ ਤੇ ਹੁਣ ਜਿਹੜਾ ਉਹ ਫ੍ਰੀ ਕੀਤਾ ਤੇ ਲੋਕਾਂ ਦੇ ਬਿੱਲ ਮਾਫ ਵੀ ਹੋਏ ਨੇ, ਜ਼ੀਰੋ ਵੀ ਆਏ ਨੇ ਲੋਕਾਂ ਦੇ ਬਿੱਲ। ਇਹਦੇ 'ਚ ਕੋਈ ਸ਼ੱਕ ਦੋ ਰਾਏ ਨਹੀਂ ਹੈਗੀ ਆ, ਲੋਕਾਂ ਦੇ ਬਿੱਲ ਜ਼ੀਰੋ ਆਏ ਨੇ। ਪਰ ਸੁਖਪਾਲ ਖਹਿਰਾ ਜਿਹੜੇ ਨੇ ਉਹ ਇਸ ਦੇ ਉੱਪਰ ਸਵਾਲ ਚੱਕ ਰਹੇ ਨੇ। ਪਹਿਲਾਂ ਮੈਂ ਦੱਸਦਾ ਕਿ ਭਗਵੰਤ ਮਾਨ ਨੇ ਪਿਛਲੇ ਦਿਨੀ ਦਾਅਵਾ ਕੀਤਾ ਸੀ, ਉਹਨਾਂ ਨੇ ਟਵੀਟ ਕੀਤਾ ਸੀ ਕਿ 86% ਲੋਕਾਂ ਦੇ ਬਿੱਲ ਨੇ ਜਿਹੜੇ ਉਹ ਜ਼ੀਰੋ ਆਏ ਨੇ ਪੰਜਾਬ ਦੇ ਵਿੱਚ। ਤੇ ਕਹਿੰਦੇ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ, ਕਿਉਂਕਿ ਹੁਣ ਸਰਦੀਆਂ ਦਾ ਮੌਸਮ ਜਿਹੜਾ ਉਹ ਸ਼ੁਰੂ ਹੋਇਆ, ਜ਼ਾਹਿਰ ਤੌਰ ਤੇ ਖਪਤ ਬਿਜਲੀ ਦੀ ਉਨੀ ਨਹੀਂ ਹੁੰਦੀ ਸਰਦੀਆਂ ਦੇ ਮੌਸਮ ਦੇ ਵਿੱਚ, ਗਰਮੀਆਂ ਦੇ ਮੌਸਮ ਦੇ ਮੁਕਾਬਲੇ ਆਪਾਂ ਗੱਲ ਕਰੀਏ, ਕਿਉਂਕਿ ਏਸੀ ਵਗੈਰਾ ਚੱਲਦੇ ਨੇ ਗਰਮੀਆਂ ਦੇ ਵਿੱਚ। ਸਰਦੀਆਂ ਦੇ ਵਿੱਚ ਜ਼ਰੂਰ ਹੀਟਰ ਜਾਂ ਗੀਜ਼ਰ ਵਗੈਰਾ ਲਾਉਂਦੇ ਨੇ ਪਰ ਫਿਰ ਵੀ ਉਨੀ ਜ਼ਿਆਦਾ ਖਪਤ ਨਹੀਂ ਹੁੰਦੀ ਕਿਉਂਕਿ ਪੱਖੇ ਜਾਂ ਲਾਈਟਾਂ ਦਾ ਬਹੁਤ ਘੱਟ ਇਸਤੇਮਾਲ ਹੁੰਦਾ। ਤੋ ਕਹਿੰਦੇ ਕਿ 95 ਐਤਕੀ 86% ਲੋਕਾਂ ਦਾ ਬਿੱਲ ਜ਼ੀਰੋ ਆਇਆ ਭਗਵੰਤ ਮਾਨ ਕਹਿੰਦੇ, ਤੇ ਅਗਲੇ ਕੁਝ ਮਹੀਨਿਆਂ ਦੇ ਵਿੱਚ 95% ਲੋਕਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆਏਗਾ, ਜ਼ੀਰੋ ਬਿੱਲ ਆਏਗਾ। ਔਰ ਆਮ ਆਦਮੀ ਪਾਰਟੀ ਇਸ ਨੂੰ ਆਪਣੀ ਪ੍ਰਾਪਤੀ ਦੇ ਤੌਰ ਤੇ ਗਿਣਾ ਰਹੀ ਹੈ। ਤੋ ਚੰਗੀ ਗੱਲ ਹੈ, ਉਹਨਾਂ ਨੇ ਵਾਅਦਾ ਕੀਤਾ ਸੀ ਤੇ ਪੂਰਾ ਵੀ ਅਗਰ ਕੀਤਾ। ਸੁਖਪਾਲ ਖਹਿਰਾ ਜੋ ਕਿ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਰਹੇ, ਲੀਡਰ ਆਫ ਆਪੋਜੀਸ਼ਨ ਰਹੇ, ਅੱਜ ਕੱਲ੍ਹ ਕਾਂਗਰਸ ਦੇ ਵਿੱਚ ਨੇ, ਉਹ ਅਕਸਰ ਆਮ ਆਦਮੀ ਪਾਰਟੀ ਦੇ ਫੈਸਲਿਆਂ ਨੂੰ ਜਿਹੜਾ ਉਹ ਕਟਹਿਰੇ 'ਚ ਖੜਾ ਕਰਦੇ ਰਹੇ ਨੇ। ਹੁਣ ਉਹਨਾਂ ਨੇ ਦੁਬਾਰਾ ਇਸ ਦੇ ਉੱਪਰ ਤੰਜ਼ ਕੱਸਿਆ ਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਸਕੀਮ ਜ਼ਰੂਰ ਲਿਆਂਦੀ ਕਿ ਮੁਫਤ ਬਿਜਲੀ ਦੀ, ਪਰ ਕਹਿੰਦੇ ਕਿ ਇਹਦੇ ਨਾਲ ਇੰਨਾ ਕੁ ਜ਼ਿਆਦਾ ਹੁਣ ਖਜ਼ਾਨੇ ਦੇ ਉੱਪਰ ਬੋਝ ਪੈ ਰਿਹਾ ਕਿ ਕਹਿੰਦੇ ਕਿ ਕਰਜ਼ਾ ਉਤਾਰਨ ਦੇ ਲਈ ਹੀ ਆਮ ਆਦਮੀ ਪਾਰਟੀ ਨੇ ਹੁਣ 40,000 ਕਰੋੜ ਰੁਪਏ ਦਾ ਕਰਜ਼ ਚੁੱਕਿਆ। ਇਹ ਬੜਾ ਇੱਕ ਆਪਾਂ ਸੀਰੀਅਸ ਐਲੀਗੇਸ਼ਨ ਹੈ ਕਿਉਂਕਿ ਨਵਦੀਪ ਆਪਾਂ ਨੂੰ ਪਤਾ ਹੈ ਕਿ ਕਰਜ਼ਾ ਜਿਹੜਾ ਹੈ ਉਸ ਨੂੰ ਉਹ ਵੀ ਬਹੁਤ ਜ਼ਿਆਦਾ ਹਾਈਲਾਈਟਡ ਰਹਿੰਦਾ ਪੰਜਾਬ ਦੀ ਸਿਆਸਤ ਦੇ ਵਿੱਚ। ਚਾਹੇ ਉਹ ਅਕਾਲੀਆਂ ਦੇ ਵੇਲੇ ਕਹਿੰਦੇ ਰਹੇ ਹੁਣ ਵੀ ਇੰਨੇ ਲੱਖ ਕਰੋੜ ਦਾ ਕਰਜ਼ਾ ਅਕਾਲੀਆਂ ਦੇ ਵੇਲੇ ਸੀਗਾ, ਫਿਰ ਉਸ ਤੋਂ ਬਾਅਦ ਕਾਂਗਰਸ ਦੀ ਗੱਲ ਆਈ, ਕਾਂਗਰਸ ਵੀ ਇਸੇ ਮਸਲੇ ਨੂੰ ਲੈ ਕੇ ਆਈ ਸੀ ਕਿ ਅਕਾਲੀਆਂ ਨੇ ਇੰਨੇ ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰ ਚੜਾ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਰਹੇ ਨੇ ਪੂਰੀ ਵਜ਼ਾਰਤ ਦੇ ਵਿੱਚ ਕਾਂਗਰਸ ਦੀ, ਤੇ ਕਿਹਾ ਸੀ ਉਦੋਂ, ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਕੁਐਸਚਨ ਕੀਤਾ ਸੀ ਮਨਪ੍ਰੀਤ ਬਾਦਲ ਨੂੰ ਜਦੋਂ ਉਹ ਫਾਈਨਾਂਸ ਮਿਨਿਸਟਰ ਸੀ ਪੰਜਾਬ ਦੇ, ਤਾਂ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਸੀ, ਕਹਿੰਦੇ ਕਿ ਹੁਣ ਕਿਤੇ ਨਾ ਕਿਤੇ ਤਾਂ ਠੱਲ ਪਾਉਣੀ ਪਏਗੀ। ਉਦੋਂ ਮੇਰੇ ਖਿਆਲ ਇਹ ਗੱਲ 2017 ਦੀ ਹੈਗੀ ਆ ਜਦੋਂ ਗਵਰਨਮੈਂਟ ਫਾਰਮ ਹੋਈ ਸੀ, ਕਹਿੰਦੇ ਕਿਤੇ ਨਾ ਕਿਤੇ ਤਾਂ ਠੱਲ ਪਾਉਣੀ ਪਏਗੀ। ਪਰ ਆਪਾਂ ਲਗਾਤਾਰ ਦੇਖਦੇ ਹਾਂ ਕਿ ਡੈਟ ਦੇ ਵਿੱਚ ਕਰਜ਼ੇ ਦੇ ਵਿੱਚ ਜਿਹੜਾ ਹੈਗਾ ਉਹ ਲਗਾਤਾਰ ਵਾਧਾ ਹੋਇਆ ਪੰਜਾਬ ਦੇ ਵਿੱਚ। ਤੇ ਹੁਣ ਅਗਰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਤਾਂ ਇੱਕ ਸਿੱਧੀ ਜੀ ਗੱਲ ਹੈ ਕਿ ਉਹ ਮੁਫਤ ਬਿਜਲੀ ਹੈ ਉਹ ਸਰਕਾਰ ਉਸ ਨੂੰ ਪੇ ਕਰੇਗੀ, ਕਿਸੇ ਨਾ ਕਿਸੇ ਤਰੀਕੇ ਸਰਕਾਰ ਉਸ ਨੂੰ ਪੇ ਕਰੇਗੀ। ਤਾਂ ਉਹ ਇੱਕ ਸਿੰਪਲ ਹੈ ਕਿ ਉਹ ਖਜ਼ਾਨੇ ਦੇ ਉੱਪਰ ਬੋਝ ਪਏਗਾ, ਜਾਂ ਤੁਸੀਂ ਕਰਜ਼ਾ ਚੱਕੋਗੇ ਜਾਂ ਕਿਤੋਂ ਵੀ ਅਰੇਂਜਮੈਂਟ ਜਿਹੜਾ ਉਹ ਪੈਸੇ ਦਾ ਕਰੋਗੇ ਫਿਰ ਹੋਏਗਾ। ਸੁਖਪਾਲ ਖਹਿਰਾ ਇਹ ਗੱਲ ਕਹਿ ਰਹੇ ਨੇ ਕਿ ਅਜਿਹੀ ਸਥਿਤੀ ਦੇ ਵਿੱਚ ਸਰਕਾਰ ਵਿਕਾਸ ਦੇ ਕੰਮਾਂ ਬਾਰੇ ਨਹੀਂ ਸੋਚ ਸਕਦੀ, ਸਰਕਾਰ ਨੌਕਰੀਆਂ ਦੇਣ ਬਾਰੇ ਨਹੀਂ ਸੋਚ ਸਕਦੀ ਹੈਗੀ, ਸਰਕਾਰ ਹੋਰ ਕੰਮਾਂ ਬਾਰੇ, ਡਿਵੈਲਪਮੈਂਟ ਦੇ ਕੰਮਾਂ ਬਾਰੇ ਨਹੀਂ ਸੋਚ ਸਕਦੀ ਹੈਗੀ, ਕਿਉਂਕਿ ਪੈਸਾ ਜਿਹੜਾ ਉਹ ਬਹੁਤਾ ਸਬਸਿਡੀ ਦੇ ਵਿੱਚ ਜਾਂ ਮੁਫਤ ਦੀ ਬਿਜਲੀ ਦੇ ਵਿੱਚ ਜਾ ਰਿਹਾ ਹੈ। ਸੁਖਪਾਲ ਖਹਿਰਾ ਨੇ ਇਹ ਵੀ ਕਿਹਾ, ਕਹਿੰਦੇ ਕਿ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਚੜ੍ਹ ਚੁੱਕਿਆ ਪੰਜਾਬ ਦੇ ਉੱਪਰ ਇਹਨਾਂ ਮੁਫਤ ਸਹੂਲਤਾਂ ਦੇ ਚੱਲਦੇ ਹੋਏ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਚੜ੍ਹ ਚੁੱਕਿਆ। ਤੇ ਨਾਲ ਦੀ ਨਾਲ ਕਿਹਾ ਕਿ 40,000 ਕਰੋੜ ਰੁਪਈਆ ਸਿਰਫ ਕਰਜ਼ਾ ਮੋੜਨ ਦੇ ਲਈ ਹੀ ਭਗਵੰਤ ਮਾਨ ਨੇ ਜਿਹੜਾ ਉਹ ਜੋੜਿਆ ਹੈਗਾ। ਤੋ ਬੜੇ ਸੀਰੀਅਸ ਐਲੀਗੇਸ਼ਨਸ ਹੈਗੇ ਨੇ। ਪਰ ਦੂਜੇ ਪਾਸੇ ਭਗਵੰਤ ਮਾਨ ਹੀ ਪਿਛਲੇ ਦਿਨਾਂ 1-2 ਦਿਨ ਪਹਿਲਾਂ ਦੀ ਗੱਲ ਹੈ, ਉਹਨਾਂ ਨੇ ਕਿਹਾ ਸੀ ਕਿ ਅਸੀਂ 21,000 ਨਵੀਆਂ ਨੌਕਰੀਆਂ ਦਿੱਤੀਆਂ ਨੇ। ਉਹਨਾਂ ਨੇ ਆਪਣਾ ਦਾਅਵਾ ਪੇਸ਼ ਕੀਤਾ ਸੀਗਾ।
ਤੋ ਇਹ ਤਾਂ ਚਲੋ ਬਿਜਲੀ ਦੇ ਬਿੱਲ ਤਾਂ ਫ੍ਰੀ ਹੋਏ ਨੇ, ਡੈਫੀਨੇਟਲੀ ਜ਼ੀਰੋ ਆਏ ਨੇ ਲੋਕਾਂ ਦੇ। ਬਾਕੀ ਸਾਡੇ ਦਰਸ਼ਕ ਜ਼ਰੂਰ ਦੱਸਣ, ਅਗਰ ਇੰਡੀਆ ਤੋਂ ਉਹ ਦੇਖ ਰਹੇ ਨੇ, ਇੰਡੀਆ ਦੇ ਵਿੱਚ ਉਹ ਰਹਿੰਦੇ ਨੇ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਰਹਿੰਦੇ ਨੇ, ਤਾਂ ਉਹ ਦੱਸਣ ਕਿ ਉਹਨਾਂ ਦਾ ਬਿੱਲ ਜ਼ੀਰੋ ਆਇਆ ਜਾਂ ਨਹੀਂ ਆਇਆ, ਜਾਂ ਆਇਆ ਤਾਂ ਕਿੰਨਾ ਆਇਆ। ਕਿਉਂਕਿ ਸਿਆਸਤ ਤਾਂ ਚਲੋ ਖੈਰ ਆਪਣੀ ਜਗ੍ਹਾ ਚੱਲ ਹੀ ਰਹੀ ਹੈ, ਲੀਡਰਸ ਨੇ ਇੱਕ ਦੂਜੇ ਖਿਲਾਫ ਬੋਲਣਾ ਹੈਗਾ, ਪਰ ਤੁਹਾਡਾ ਬਿੱਲ ਜ਼ੀਰੋ ਆਇਆ ਜਾਂ ਨਹੀਂ ਆਇਆ, ਇਹ ਸਾਨੂੰ ਕਮੈਂਟਸ ਕਰਕੇ ਤੁਸੀਂ ਦੱਸੋ ਜਾਂ ਕਾਲ ਕਰਕੇ ਤੁਸੀਂ ਆਪਣੀ ਰਾਏ ਜਿਹੜੀ ਆ ਜ਼ਰੂਰ ਰੱਖੋ। ਜੀ ਬਿਲਕੁਲ, ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਵਾਹਿਗੁਰੂ ਫਤਿਹ। ਨਵਦੀਪ ਆਪਣਾ ਤੇ ਕੰਗ ਸਾਹਿਬ ਜੀ ਤੇ ਸਰੋਤਾ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੰਗ ਸਾਹਿਬ ਬੇਨਤੀ ਆ ਵੀ ਬੜੇ ਤੁਸੀਂ ਮੁੱਦੇ ਤਿੰਨ ਚਾਰ ਲਿਆਂਦੇ, ਬੜੀ ਅਹਿਮ ਆ। ਇੱਕ ਤਾਂ ਮੁੱਦਾ ਚੇਤਾ ਨਾ ਭੁੱਲਦੇ ਵੀ ਨਵਜੋਤ ਸਿੱਧੂ ਨੂੰ ਕੀ ਇਹ ਲਿਖਿਆ ਰਿਜ਼ਲਟੀ ਮਿਲਣੀ ਹੈ ਕਿ ਇਹਨੂੰ ਕੋਈ ਕਾਰਵਾਈ ਪ੍ਰਿੰਕਾ ਗਾਂਧੀ ਕਰ ਰਹੀ ਹੈ, ਚਿੱਠੀ ਪੱਤਰ ਕੀ ਆ ਰਹੇ, ਕੋਈ ਸਹੂਲਤ ਦੇ ਰਹੀ ਹੈ ਕਿ ਕੋਈ ਹੋਰ ਸਮਝ ਨਹੀਂ ਸਾਨੂੰ ਆਈ ਜੀ। ਜੀ ਇਹਨਾਂ ਨੂੰ ਸਹੂਲਤ ਨਹੀਂ ਜੀ, ਇਹਨਾਂ ਨੂੰ ਚਿੱਠੀ ਲਿਖੀ ਹੈ ਫਿਲਹਾਲ। ਨਵਜੋਤ ਸਿੱਧੂ ਕਿਉਂਕਿ ਜੇਲ੍ਹ ਦੇ ਵਿੱਚ ਬੰਦ ਨੇ, ਪਟਿਆਲਾ ਜੇਲ੍ਹ ਦੇ ਵਿੱਚ, ਤੇ ਪ੍ਰਿੰਕਾ ਗਾਂਧੀ ਜੋ ਕਿ ਜਨਰਲ ਸਕੱਤਰ ਨੇ ਕਾਂਗਰਸ ਦੇ, ਉਹਨਾਂ ਦੇ ਵੱਲੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਇੱਕ ਕੋਈ ਚਿੱਠੀ ਜਿਹੜੀ ਆ ਉਹ ਭੇਜੀ ਗਈ ਹੈ। ਹਾਲਾਂਕਿ ਚਿੱਠੀ ਮੀਡੀਆ ਦੇ ਵਿੱਚ ਕੋਈ ਸਾਹਮਣੇ ਨਸ਼ਰ ਨਹੀਂ ਹੋਈ ਹੈ, ਪਰ ਇੰਨਾ ਕੁ ਪਤਾ ਲੱਗ ਸਕਿਆ ਕਿ ਚਿੱਠੀ ਜਿਹੜੀ ਆ ਭੇਜੀ ਗਈ ਆ, ਤੇ ਸੰਕੇਤ ਇਹ ਮਿਲ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਕੋਈ ਮਤਲਬ ਕਿ ਆਪਾਂ ਕਹਿ ਲਈਏ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਦੇ ਸਕਦੀ ਕਰ ਰਹੀ ਹੈ, ਮਤਲਬ ਨੇੜੇ ਕਰ ਰਹੀ ਹੈ ਗੱਲ। ਹਾਂਜੀ ਉਹਦਾ ਦੇ ਰਹੇ, ਠੀਕ ਹੈ। ਬਿਲਕੁਲ। ਤੇ ਦੂਜੀ ਬੇਨਤੀ ਜਿਹੜੀ ਆ ਗੱਲ ਮਾਨ ਸਾਹਿਬ ਨੇ ਵੀ ਕੀਤੀ, ਸੈਂਟਰ ਨਾਲ ਕਨਿਆਲੀ ਤਾਰ ਨੂੰ ਨੇੜੇ ਕਰਨ ਵਾਸਤੇ, ਇਹ ਬਹੁਤ ਚੰਗਾ ਕਦਮ ਹੈ। ਤੇ ਇਹ ਮਤਲਬ ਸਾਰਿਆਂ ਨੂੰ ਆਪਾਂ ਨੂੰ ਹਮਾਇਤ ਕਰਨੀ ਚਾਹੀਦੀ ਹੈ, ਪਰ ਪ੍ਰੈਸ ਨੂੰ ਵੀ ਇਹ ਗੱਲ ਲਿਆਵੇ, ਕਿਉਂਕਿ ਜ਼ਿਮੀਂਦਾਰ ਬਹੁਤ ਔਖੇ ਹੁੰਦੇ ਆ, ਏਰੀਆ ਬਹੁਤ ਦੂਰ ਦਾ ਹੈ। ਤੇ ਜਿਹੜੀ ਚੱਲਦੀ ਹੈ ਆਪਣੀ 3 ਲੱਖ ਕਰੋੜ ਦੀ ਚੱਲਦੀ ਹੈ ਕਰਜ਼ੇ ਦੀ, ਇਹ ਕਈ ਗੱਲ ਖਹਿਰਾ ਸਾਹਿਬ ਨੇ ਕਿਹਾ ਵੀ ਜੇ ਸਹੂਲਤਾਂ ਆਪਾਂ ਦੇਈ ਜਾਵਾਂਗੇ ਜਾਂ ਜਦੋਂ ਸਹੂਲਤਾਂ ਦੇਣ ਲੱਗੇ ਦੇਵਾਂਗੇ ਨਾ, ਉਦੋਂ ਆਪ ਹੀ ਫਰਲੇ ਡਾਵਾਂਗੇ ਨਾਲ, ਸਹੂਲਤਾਂ ਦੇ ਨਾਲ ਫਰਲੇ ਟੁੱਟਦੇ, ਜਿਵੇਂ ਆਪਣੇ ਬਾਦਲ ਕੇ ਪਰਿਵਾਰਾਂ ਨੇ ਡਾਇਆ ਨਾ, ਉਹ ਸਹੂਲਤਾਂ ਦੇ ਨਾਲ ਆਪਦੇ ਫਰਲੇ ਨਾ ਡਾਓ ਤੇ ਸਹੂਲਤਾਂ ਵੀ ਠੀਕ ਕਰੋ, ਜਿਹੜੇ ਜਿਹਨਾਂ ਨੂੰ ਲੋੜ ਆ ਉਹਨੂੰ ਦਿਓ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਬੀਬਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਦੋ ਗੱਲਾਂ ਕਰਨੀਆਂ ਜੀ। ਇੱਕ ਤਾਂ ਇਹ ਆ ਕਿ ਲੋਕਾਂ ਨੂੰ ਸੋਚਣਾ ਚਾਹੀਦਾ ਜਿਹੜਾ ਕਰਜ਼ਾ ਚੜ ਰਿਹਾ ਉਹਨਾਂ ਸਿਰ ਚੜ ਰਿਹਾ, ਜਿਹੜੀਆਂ ਮੁਫਤ ਦੀ ਆਦਤ ਇਹਨਾਂ ਨੂੰ ਪੈ ਗਈ ਆ ਨਾ, ਇਹ ਕੋਈ ਭਗਵੰਤ ਮਾਨ ਆਪਣੀ ਜੇਬ ਚੋਂ ਨਹੀਂ ਦੇ ਰਿਹਾ, ਜਾਂ ਬਾਦਲ ਸਾਹਿਬ ਨੇ ਨਹੀਂ ਦਿੱਤਾ, ਜਾਂ ਕੈਪਟਨ ਅਮਰਿੰਦਰ ਸਿੰਘ ਨੇ ਜੇਬ ਚੋਂ ਨਹੀਂ ਦਿੱਤਾ, ਇਹ ਤੁਹਾਡਾ ਹੀ ਪੈਸਾ। ਇੱਕ ਹੁਣ ਤੁਹਾਡੀਆਂ ਬੱਚਿਆਂ ਨੇ ਮੋੜਨਾ, ਇਹ ਧਿਆਨ ਰੱਖੋ ਇਹਨਾਂ ਗੱਲਾਂ ਦੇ। ਬਾਹਰਲੇ ਦੇਸ਼ਾਂ 'ਚ ਏਦਾਂ ਨਹੀਂ ਚੱਲਦਾ, ਲੋਕ ਨਹੀਂ ਚੱਲਣ ਦਿੰਦੇ। ਇੱਕ ਤਾਂ ਇਹ ਗੱਲ। ਦੂਜੀ ਗੱਲ ਇਹ ਕਹਿਣੀ ਹੈ ਜੀ, ਮੈਂ ਜਿਹੜਾ 700 ਕਰੋੜ ਦੀ ਆ ਤੁਸੀਂ ਗੱਲ ਕਰਦੇ, 700 ਏਕੜ ਦੀ, ਮਨ ਦੁਖਦਾ ਜੀ ਕਿ ਏਦਾਂ ਲੁੱਟਿਆ ਜਾ ਰਿਹਾ ਲੋਕਾਂ ਨੂੰ, ਪੰਜਾਬ ਨੂੰ ਲੁੱਟਿਆ ਜਾ ਰਿਹਾ। ਮੈਂ ਡੈਫੀਨੇਟਲੀ ਇਹਦਾ ਕਹਿ ਸਕਦਾ ਕਿ ਬੇਨਾਮੀ ਜ਼ਮੀਨ ਹੋਣੀ ਆ, ਔਰ ਉਸ ਵੇਲੇ ਦਾ ਕੋਈ ਵੱਡਾ ਅਕਾਲੀ ਲੀਡਰ, ਸਪੈਸ਼ਲੀ ਜਿਹੜਾ ਉਸ ਵੇਲੇ ਰੈਵਨਿਊ ਮਿਨਿਸਟਰ ਹੋਏਗਾ, ਜਿਹਨੂੰ ਇਹ ਪਤਾ ਹੋਏਗਾ, ਇਹ ਇਹਦੇ ਚ ਇਨਵੋਲਵ ਹੋਏਗਾ, ਉਹਨੇ ਪੈਸੇ ਇਹਦੇ ਚ ਬਣਾਏ ਹੋਣਗੇ, ਔਰ ਉਸ ਵੇਲੇ ਜਿਹੜੇ ਰੈਵਨਿਊ ਦੇ ਆਫੀਸ਼ੀਅਲ ਸੀ ਉਹਨਾਂ ਨੂੰ ਰਾਈਟ ਵੇ ਸਸਪੈਂਡ ਕਰਕੇ ਉਹਨਾਂ ਤੇ ਪਹਿਲਾਂ ਤਾਂ ਇਹਨਾਂ ਨੂੰ ਕੱਸਣੀ ਚਾਹੀਦਾ ਸਕੰਜਾ ਕਿ ਦੱਸੋ ਕੌਣ ਸੀ, ਔਰ ਉਸ ਬੰਦੇ ਨੂੰ ਅੰਦਰ ਸੱਟ ਕੇ ਉਹ ਤੋਂ ਰਿਕਵਰ ਕਰਨਾ ਚਾਹੀਦਾ ਜੀ। ਮਨ ਦੁਖਦਾ, ਅਸੀਂ ਬੇਸ਼ੱਕ ਕੈਨੇਡਾ 'ਚ ਬੈਠੇ, ਸਾਡਾ ਮਨ ਇੰਨਾ ਦੁਖੀ ਹੋ ਰਿਹਾ ਕਿ ਇੰਨਾ ਯਾਰ ਧੱਕਾ, ਇੰਨੀ ਹਨੇਰਗਰਦੀ, ਇਹ ਜੇ ਲੋਕਾਂ ਨੂੰ ਸੋਚਣਾ ਪਏਗਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਜੁੜਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਗੱਲ ਇਹ ਦੇਖੋ ਜੀ, ਮੁਫਤੀ ਵੰਡੀ ਜਾਂਦੇ ਨੇ, ਇਹ ਜਾਂ ਜ਼ਮੀਨਾਂ ਵੇਚਣਗੇ, ਜ਼ਮੀਨਾਂ ਵੇਚਣਗੇ, ਲੋਕਾਂ ਦੀ ਪ੍ਰਾਪਰਟੀ ਵੇਚਣੀ ਇਹਨਾਂ ਨੇ, ਇਹਨੇ ਘਰੋਂ ਦੇਣਾ ਨਹੀਂ ਕਿਸੇ ਨੇ ਪੈਸਾ। ਬਿਲਕੁਲ। ਹੁਣ ਇਹ ਕਿਸਾਨ ਮੰਗੀ ਜਾਂਦੇ ਨੇ, ਸਾਡੀ ਜੇ ਮੀਂਹ ਪੈ ਕਣਕ ਢਾਈ, ਕਣਕ ਘੱਟ ਨਿਕਲੀ ਆ, ਐ ਹੋ ਗਿਆ, ਮੀਂਹ ਅੱਗੇ ਨਹੀਂ ਪੈਂਦੇ, ਹੁਣੀ ਪੈਂਦੇ ਨੇ, ਇਕੱਲੇ ਪੰਜਾਬ 'ਚ ਹੀ ਪੈਂਦੇ ਨਾਲੇ ਇਹ ਜੀ, ਹਰਿਆਣੇ 'ਚ ਨਹੀਂ ਪੈਂਦੇ, ਜਾਂ ਸਾਰਾ ਹੋਰ ਮੁਲਕ ਬੈਠਾ ਉੱਥੇ ਮੀਂਹ ਪੈਂਦਾ ਨੀ ਗਾ ਜੀ ਜੀ। ਇਹ ਗਵਰਨਮੈਂਟ ਵੀ ਬਹੁਤ ਕਮਜ਼ੋਰ ਹੈ ਜਿਹੜੀ ਇਹਨਾਂ ਦੀ ਨਾ ਆਮ ਵਾਲੀ ਬਣਾਈ ਆ। ਜੇ ਮੱਥਾ ਟੇਕਦੇ ਨੇ ਵੀ ਆਜੋ ਅਸੀਂ ਮੰਨ ਲੈਂਦੇ ਆਪਣੇ ਮਾਪਿਆਂ, ਆ ਧਰਨੇ ਬੈਠੇ ਸੀਗਾ, ਕਿਹੜੀਆਂ ਗੱਲਾਂ ਸੀ, ਅਜੇ ਡੱਲੇ ਵਾਲ ਬੈਠਾ ਸੀਗਾ, ਗੱਲ ਨਹੀਂ ਬਾਤ ਨਹੀਂ, ਜਾ ਕੇ 2 ਛਿੱਤ ਮਾਰ ਕੇ ਪਰੇ ਠਾਲਦੇ ਉਹਨੂੰ ਵੀ ਸੜਕ ਖਾਲੀ ਕਰੋ, ਬੈਠੇ ਜਿਸ ਮਰਜ਼ੀ ਬੈਠੇ ਰਹਿਣ। ਮਾਫੀਆ ਮੰਗ ਲੈਂਦੇ, ਫਿਰ ਉਹਨੂੰ ਫਿਰ ਦਿੰਦੇ, ਫਿਰ ਦੇਣਾ ਨਹੀਂ ਹੈਗਾ, ਫਿਰ ਉਹਦੇ ਧਰਨੇ ਲੱਗਣਗੇ। ਪੈਸਾ ਦੇਣਾ ਕਿੱਥੋਂ?
ਕਿਰਾਇਆ ਫ੍ਰੀ, ਬਿਜਲੀ ਦੇ ਬਿੱਲ ਫ੍ਰੀ, ਬਿਜਲੀ ਦਾ ਦੂਜਾ ਮੋਟਰ ਵਾਲਾ ਉਹ ਫ੍ਰੀ, ਸਾਰੀ ਚੀਜ਼ਾਂ ਫ੍ਰੀ ਕਰੀ ਜਾਂਦੇ ਨੇ। ਉਹ ਆਉਣਾ ਪੈ ਕਿੱਥੋਂ ਦੇਣਾ ਉਹਨਾਂ ਨੇ? ਕਰਜ਼ੇ ਚੜ੍ਹਨੇ ਸਿਰ ਤੇ ਕਰਜ਼ੇ ਚੜ੍ਹ ਕੇ ਦੇਖੋ, ਆਪਣੇ ਘਰ ਵਾਲੀ ਗੱਲ ਹੀ ਆ। ਕੰਮ ਕਰੀਏ ਨਾ, ਲੋਕਾਂ ਨੂੰ ਜਵਾਕਾਂ ਨੂੰ ਕਾਰਾਂ ਲੈ ਦੇ ਜਾਵਾਂਗੇ, ਉਹ ਕਰਜ਼ਾ ਜ਼ਮੀਨ ਵਿਕੂਗੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਤੇ ਅਗਲੇ ਕਾਲਰ ਦੇ ਨਾਲ ਵੀ ਪਣਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਔਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਹੈਲੋ, ਲੱਗਦਾ ਸੰਪਰਕ ਜਿਹੜਾ ਔਨਰ ਹੋ ਜੀ ਤੁਸੀਂ, ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਲਾਲ ਸਿੰਘ ਬੋਲਦਾ ਜੀ। ਸਤਿ ਸ੍ਰੀ ਅਕਾਲ ਸਾਰੇ ਜੀ, ਸਤਿ ਸ਼੍ਰੀ ਅਕਾਲ ਲਾਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਜਿਹੜੀ ਇਹ 700 ਜ਼ਮੀਨ ਹੈ ਜੀ, ਉਦੋਂ ਡੀਸੀ ਲੱਗੇ ਹੋਏ ਤੇ ਕਾਨ ਸਿੰਘ ਤੇ ਖੇਤੀਬਾੜੀ ਮੰਤਰੀ ਸੀਗੇ ਸੁੱਚਾ ਸਿੰਘ ਲਗਾ ਤੇ ਮੁੱਖ ਮੰਤਰੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਇਹ ਕੰਗ ਜੀ ਇੱਕ ਗੱਲ ਮੈਂ ਕਹਿਣੀ ਚਾਹੂੰਗਾ, ਜੋ ਕੋਈ ਵੀ ਨਹੀਂ ਕਹਿ ਰਿਹਾ ਕਿ ਜਿਹੜਾ ਇੱਕ ਦੂਜੇ ਤੇ ਕੋਈ ਲੀਡਰ ਤੌਹਮਤਾਂ ਲਾਈ ਜਾਂਦੇ ਨੇ, ਕੀਤਾ ਜੀ ਐਲੀਗੇਸ਼ਨ ਲਾਈ ਜਾਂਦੇ ਨੇ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਰੌਲਾ SYL ਦਾ ਨਹੀਂ ਹੈਗਾ। ਰੌਲਾ ਜਿਹੜੇ ਰਾਜਸਥਾਨ ਨੂੰ ਆਪਣਾ ਹੁਣ ਤੱਕ ਪਾਣੀ ਜਾ ਰਿਹਾ, ਪਾਣੀਆਂ ਦੀ ਰੋਇਲਟੀ ਬਾਰੇ ਕਿਉਂ ਨਹੀਂ ਗੱਲ ਕਰਦੇ? ਪੈਸੇ ਆਪਣੇ ਕੋਲ ਇੰਨਾ ਹੋ ਜਾਣਾ ਹੁਣ ਤੱਕ ਜਿੰਨਾ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ, ਉਹਦੇ ਬਾਰੇ ਕੋਈ ਵੀ ਲੀਡਰ ਨਹੀਂ ਬੋਲਦਾ ਹੈਗਾ। ਇੱਕ ਦੂਜੇ ਦੇ ਤਾਂ ਲਾਉਣ ਤੇ ਲੱਗੇ ਹੋਏ ਨੇ। ਕਿਰਪਾ ਕਰਕੇ ਕਦੇ ਪ੍ਰੋਗਰਾਮ ਰੱਖੋ ਜੀ ਪਾਣੀ ਦੀ ਰੋਇਲਟੀ ਵਾਲਾ। ਰਾਜਸਥਾਨ ਨੂੰ ਜਿਹੜੀ ਹੁਣ ਤੱਕ ਨਹਿਰ ਜਾ ਰਹੀ ਆ, ਰਿਪੇਰੀਅਨ ਕਾਨੂੰਨ ਮੁਤਾਬਕ ਨਾ ਜਿੱਥੋਂ ਦੀ ਨਹਿਰ ਟੱਪਦੀ ਆ ਉਹ ਸੂਬੇ ਦਾ ਅਧਿਕਾਰ ਉਹ ਤੇ ਬਣਦਾ। ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਪਣਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਔਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹਦੇ ਬਾਰੇ ਗੱਲ ਕਰਨੀ ਸੀ। ਦੇਖੋ, ਇੰਨਾ ਜ਼ਿਆਦਾ ਕਰਜ਼ਾ ਚੜਿਆ ਪੰਜਾਬ ਦੇ ਉੱਤੇ ਜੀ। ਜੀ ਇਹ ਪਿਛਲੇ ਸਰਕਾਰਾਂ ਨੇ ਚੜਾਇਆ। ਠੀਕ ਹੈ ਜੀ। ਜੀ ਹਾਂਜੀ, ਦੇਖੋ ਉਹਨਾਂ ਨੇ ਚੜਾਇਆ ਤੇ ਹੁਣ ਆਮ ਆਦਮੀ ਪਾਰਟੀ ਤਾਂ ਹਜੇ 1 ਸਾਲ ਹੋਇਆ, ਹੁਣ ਤੱਕ ਰਾਜ ਉਹਨਾਂ ਪਾਰਟੀਆਂ ਨੇ ਕੀਤਾ। ਹੁਣ ਇੱਕ ਚੀਜ਼ ਨੂੰ ਲਾਈਨ ਤੇ ਲਿਆਉਣ ਲਈ ਹੁਣ ਟਾਈਮ ਤਾਂ ਲੱਗਣੀ ਹੈ। ਹੁਣ 60-65 ਸਾਲ ਉਹ ਪਾਰਟੀਆਂ ਰਾਜ ਕਰਕੇ ਗਈਆਂ, ਉਹਨਾਂ ਨੇ ਕਰਪਸ਼ਨ ਕੀਤੀ, ਉਹਨਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ। ਉਹਨਾਂ ਦਾ ਨਤੀਜਾ ਰਿਹਾ ਕਿ ਅੱਜ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜਿਆ ਹੋਇਆ। ਅੱਜ ਉਹ ਫੇਰ ਰੌਲਾ ਪਾ ਰਹੇ ਹੋ, ਕੋਸ਼ਿਸ਼ ਕਰ ਰਹੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਡੇਗੇ ਹੇਠਾਂ। ਠੀਕ ਹੈ ਨਾ। ਸੋ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ। ਹੁਣ ਦੇਖੋ ਕੁਛ ਨਾ ਕੁਛ ਤਾਂ ਹੁਣ ਟਾਈਮ ਦੇਣਾ ਪਊਗਾ। ਹੁਣ ਇੱਕ ਤਾਂ ਕੋਈ ਕੰਮ ਹੋਣਾ ਨਹੀਂ। ਬਿਲਕੁਲ। ਹੁਣ ਇੰਨੀ ਜ਼ਿਆਦਾ ਇਹਨਾਂ ਨੇ ਗੰਦਗੀ ਫੈਲਾਤੀ ਦੁਨੀਆ ਪਾਰਟੀ ਨੂੰ, ਉਹਨੂੰ ਸਾਫ਼ ਕਰਨਾ ਬੜਾ ਮੁਸ਼ਕਲ ਹੋ ਗਿਆ। ਹੁਣ ਇਹ ਇੰਪੋਸੀਬਲ ਹੀ ਹੈ ਜੀ। ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕਲੀਅਰ ਹੋਊਗਾ ਕੰਮ। ਜੀ ਜੀ ਬਿਲਕੁਲ। ਹੁਣ ਦੇਖੋ ਪਾਰਟੀਆਂ ਜਿਹੜੀਆਂ ਹੁੰਦੀਆਂ, ਦੇਖੋ ਸੱਤਾ ਚ ਆਉਣ ਲਈ ਹਰ ਇੱਕ ਪਾਰਟੀ ਵਾਅਦੇ ਕਰਦੀ ਹੈ, ਕਰਨੇ ਵੀ ਚਾਹੀਦੇ ਹੈ, ਪਰ ਚਲੋ ਸਾਰੇ ਤਾਂ ਪੂਰੇ ਹੁੰਦੇ ਨਹੀਂ, ਜਿੰਨੇ ਕੁ ਹੁੰਦੇ ਉਹ ਤਾਂ ਕਰਨੇ ਹੀ ਪੈਂਦੇ ਆ। ਹੁਣ ਦੇਖੋ 700 ਏਕੜ ਜ਼ਮੀਨ ਕੰਡਿਆਲੀ ਉੱਥੇ ਤਾਰ ਦੇ ਪਰਲੇ ਪਾਸੇ ਲਈ ਹੈ ਇਹਨਾਂ ਨੇ, ਉਹਦਾ ਕੀ ਵੈਲਿਊ? ਕੁਛ ਵੀ ਨਹੀਂ ਹੈ। ਹੁਣ ਜਿਸ ਬੰਦੇ ਨੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲਗਾ ਰਿਹਾ, ਇਸ ਬੰਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ। ਇਹ ਬੰਦਾ 1 ਨੰਬਰ ਦਾ ਕਰੈਕਟਰਲੈਸ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ। ਅਸੀਂ ਪ੍ਰੂਫ ਵੀ ਦੇ ਸਕਦੇ ਨੇ ਚੀਜ਼ਾਂ ਦੇ। ਉਸ ਬੰਦੇ ਨੂੰ ਫੇਰ ਇਹਨੇ ਮਾਫ ਕਰਤੇ। ਇਹ ਚੀਜ਼ਾਂ ਨੇ। ਜੇ ਕੋਈ ਦੂਆ ਬੰਦਾ ਧਾਰਮਿਕ ਪ੍ਰਚਾਰ ਕਰਦਾ, ਕੁਛ ਵੀ ਕਰਦਾ, ਉਹਦੇ ਉੱਤੇ ਇਹ ਡਾਂਗਾ ਲੈ ਕੇ ਖੜ ਜਾਂਦੇ, ਤੂੰ ਆ ਪ੍ਰਚਾਰ ਕਿਉਂ ਕਰ ਰਹੀ, ਤੂੰ ਕਿਉਂ ਕਰ ਰਿਹਾ। ਇੱਕ ਬੰਦੇ ਪਰ ਸਰੇਆਮ ਦੋਸ਼ ਲੱਗੇ ਆ, ਉਹ ਹੁਣ ਵੀ ਕਰੈਕਟਰਲੈਸ ਆ ਬੰਦਾ, ਉਹਨੂੰ ਤੁਸੀਂ ਮਾਫ ਕਰ ਰਹੇ। ਇਹ ਕਿੱਧਰ ਦਾ ਇਨਸਾਫ ਹੈ? ਬਿਲਕੁਲ। ਉਸ ਬੰਦੇ ਨੇ ਪੈਸੇ ਖਾਦੇ ਕੰਡਿਆਲੀ ਜ਼ਮੀਨ ਦਾ, ਕੀ ਵੈਲਿਊ ਉਹਦੀ, ਮੈਨੂੰ ਇਹ ਦੱਸੋ। ਜੀ ਜੀ ਇਸ ਕਰਕੇ ਸਾਨੂੰ ਨਾ ਆਮ ਆਦਮੀ ਪਾਰਟੀ ਨੂੰ ਟਾਈਮ ਦੇਣਾ ਚਾਹੀਦਾ। ਕੁਛ ਨਾ ਕੁਛ ਇਹਦੇ ਉੱਪਰ ਇੰਨੀ ਮਤਲਬ ਕੁਐਸਚਨ ਆਨਸਰ ਨਾ ਕਾਂਗਰਸ ਨੂੰ ਕਰਨੇ ਚਾਹੀਦੇ, ਨਾ ਅਕਾਲੀ ਦਲ ਨੂੰ ਕਰਨੇ ਚਾਹੀਦੇ। ਇਹਨੂੰ ਥੋੜਾ ਟਾਈਮ ਦਿਓ, ਸਰਕਾਰ ਨੂੰ ਚੱਲਣ ਦਿਓ, ਫਿਰ ਦੇਖੋ ਵੀ ਰਿਜ਼ਲਟ ਕੀ ਨਿਕਲ ਰਹੇ। ਓਕੇ ਜੀ ਸਰ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਾਲ ਹੈ ਜਿਹੜੀ ਡ੍ਰੌਪ ਹੋ ਗਈ ਹੈ। ਸੋ ਬਲਦੀਪ ਜੀ, ਬਹੁਤ ਸਾਰੇ ਜਿਹੜੇ ਕਾਲਰ ਨੇ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਆਪਣੀਆਂ ਵੱਖੋ ਵੱਖ ਰਾਇਜ਼ ਦਿੱਤੀਆਂ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਵੱਖੋ ਵੱਖ ਰਾਇਜ਼ ਜਿਹੜੀਆਂ ਨੇ ਉਹ ਹੈਗੀਆਂ ਨੇ। ਕੁਝ ਕਾਲਰ ਕਹਿ ਰਹੇ ਨੇ ਕਿ ਮੁਫਤ ਸਹੂਲਤਾਂ ਨੇ ਜਿਹੜੀਆਂ ਉਹ ਨਹੀਂ ਹੋਣੀ ਚਾਹੀਦੀਆਂ। ਵਿਦੇਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਉਹ ਇਸ ਤਰੀਕੇ ਨਾਲ ਨਹੀਂ ਹੁੰਦੀ। ਜ਼ਾਹਿਰ ਗੱਲ ਹੈ ਕਿ ਅਗਰ ਸਹੂਲਤ ਕੋਈ ਆਪਾਂ ਮੁਫਤ ਦਿੰਦੇ ਹਾਂ ਤਾਂ ਉਹਦੀ ਭਰਪਾਈ ਕਿਸੇ ਨਾ ਕਿਸੇ ਪਾਸਿਓਂ ਤਾਂ ਹੋਏਗੀ। ਜਾਂ ਤਾਂ ਤੁਸੀਂ ਇੱਕ ਤਾਂ ਤਰਕ ਆਮ ਆਦਮੀ ਪਾਰਟੀ ਇਹ ਦਿੰਦੀ ਹੈ ਕਿ ਅਸੀਂ ਆਮਦਨੀ ਇੰਨੀ ਵਧਾ ਲਾਂਗੇ ਕਿ ਅਸੀਂ ਸਸਟੇਨ ਕਰਾਂਗੇ ਉਸ ਚੀਜ਼ ਨੂੰ। ਅਗਰ ਕੋਈ ਸਹੂਲਤ ਅਸੀਂ ਮੁਫਤ ਦਿੰਦੇ ਹਾਂ, ਸਾਡੀ ਆਮਦਨੀ ਇੰਨੀ ਵੱਧ ਜੂਗੀ ਕਿ ਅਸੀਂ ਸਸਟੇਨ ਕਰਾਂਗੇ ਉਸ ਸਹੂਲਤ ਨੂੰ।
ਫਿਰ ਚੰਗੀ ਗੱਲ ਹੈ। ਅਗਰ ਉਹ ਇਸ ਤਰੀਕੇ ਨਾਲ ਕਰਦੇ ਨੇ, ਕਰਜ਼ਾ ਚੱਕਣ ਦੀ ਲੋੜ ਉਹਨਾਂ ਨੂੰ ਨਹੀਂ ਪੈਂਦੀ ਹੈਗੀ ਆ, ਆਮਦਨ ਉਹ ਇੰਨੀ ਵਧਾ ਲੈਂਦੇ ਨੇ, ਤਾਂ ਫਿਰ ਚੰਗੀ ਗੱਲ ਹੈ ਕਿ ਅਗਰ ਉਹ ਸਹੂਲਤ ਕੋਈ ਦਿੰਦੇ ਨੇ ਤਾਂ ਸਸਟੇਨ ਕਰ ਲੈਂਦੇ ਨੇ। ਪਰ ਹਾਲ ਦੀ ਘੜੀ ਤੱਕ ਲੱਗਦਾ ਨਹੀਂ ਹੈ ਵੀ ਇਦਾਂ ਦਾ ਕੁਝ ਹੈਗਾ ਹੈ, ਕਿਉਂਕਿ ਬਹੁਤ ਵਾਰ ਆਪਾਂ ਦੇਖਿਆ ਕਿ ਕੁਝ ਮੰਤਰੀ ਨੇ ਜਿਹੜੇ ਪੰਜਾਬ ਦੇ, ਖਜ਼ਾਨਾ ਮੰਤਰੀ ਵੀ ਪਿਛਲੇ ਦਿਨੀ ਜਿਹੜਾ ਉਹ ਕੇਂਦਰ ਸਰਕਾਰ ਤੋਂ ਪੈਕੇਜ ਦੀ ਮੰਗ ਕਰਦੇ ਨੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ। ਪਰਾਲੀ ਦੇ ਮਸਲੇ ਤੋਂ ਤੁਸੀਂ ਦੇਖਿਆ ਹੋਣਾ ਕਿ ਕਿਹਾ ਗਿਆ ਸੀ ਕਿ 500 ਰੁਪਈਆ ਪੰਜਾਬ ਸਰਕਾਰ ਪਾਏਗੀ, 500 ਰੁਪਈਆ ਦਿੱਲੀ ਸਰਕਾਰ ਪਾਵੇ ਤੇ 1500 ਰੁਪਈਆ ਕੇਂਦਰ ਦੇਵੇ, ਤੇ ਅਸੀਂ ਪਰਾਲੀ ਨੂੰ ਲੈ ਕੇ ਜਿਹੜਾ ਉਹ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਈਏ ਤਾਂ ਕਿ ਪਰਾਲੀ ਨਾ ਸਾੜੀ ਜਾਵੇ। ਕਹਿਣ ਦਾ ਮਤਲਬ ਮੇਰਾ ਇੰਨਾ ਕੁ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜਿਹੜੀ ਆ ਉਹ ਕੇਂਦਰ ਵੱਲ ਦੇਖ ਰਹੀ ਹੈ ਕਿ ਉੱਥੋਂ ਕੋਈ ਫੰਡ ਮਿਲੇ ਫਿਰ ਅਸੀਂ ਕੋਈ ਕੰਮ ਕਰੀਏ। ਤਾਂ ਅਜਿਹੇ ਦੇ ਵਿੱਚ ਜਿਹੜਾ ਤਰਕ ਆਮ ਆਦਮੀ ਪਾਰਟੀ ਦਿੰਦੀ ਸੀ ਪਹਿਲਾਂ ਚੋਣਾਂ ਤੋਂ ਪਹਿਲਾਂ ਕਿ ਅਸੀਂ ਫੰਡਸ ਜੁਟਾ ਲਾਂਗੇ ਜਾਂ ਸਾਡੀ ਆਮਦਨ ਇੰਨੀ ਜ਼ਿਆਦਾ ਵੱਧ ਜਾਏਗੀ ਜਾਂ ਖਜ਼ਾਨਾ ਅਸੀਂ ਜਿਹੜਾ ਉਹਦੇ ਵਿੱਚ ਵਾਧੂ ਪੈਸਾ ਹੋਏਗਾ ਕਿ ਅਸੀਂ ਇਹ ਜਿਹੜੀਆਂ ਸਹੂਲਤਾਂ ਨੇ, ਚਾਹੇ ਉਹ 'ਚ ਸਿਹਤ ਆ ਜਾਂਦੀ ਹੈ, ਚਾਹੇ ਉਹ 'ਚ ਜਿਵੇਂ ਬਿਜਲੀ ਦੀ ਗੱਲ ਆ ਗਈ ਹੈ ਜਾਂ ਉਹਦੇ 'ਚ ਐਜੂਕੇਸ਼ਨ ਸਹੂਲਤਾਂ ਨੇ, ਵੀ ਉਹਨਾਂ ਨੂੰ ਅਸੀਂ ਚੰਗਾ ਬਣਾਵਾਂਗੇ ਜਾਂ ਮੁਫਤ ਦੀ ਗੱਲ ਕੀਤੀ ਗਈ ਸੀ ਉਹ ਕਰਾਂਗੇ। ਤਾਂ ਅਗਰ ਤਾਂ ਉਹ ਕਮਾਈ 'ਚ ਵਾਧਾ ਕਰਕੇ ਕੀਤਾ ਜਾਂਦਾ ਚਲੋ ਫਿਰ ਠੀਕ ਹੈ, ਬਟ ਅਗਰ ਕਰਜ਼ਾ ਚੱਕ ਕੇ ਕੀਤਾ ਜਾਂਦਾ ਫਿਰ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਕਿਉਂਕਿ ਪੰਜਾਬ ਪਹਿਲਾਂ ਤੋਂ ਹੀ ਕਰਜ਼ੇ ਹੇਠ ਹੈ ਔਰ ਹੋਰ ਜ਼ਿਆਦਾ ਅਗਰ ਕਰਜ਼ਾ ਚੜ੍ਹੀ ਜਾਵੇ ਤਾਂ ਉਹ ਸਥਿਤੀ ਜਿਹੜੀ ਆ ਉਹ ਕਾਫੀ ਚਿੰਤਾਜਨਕ ਹੈ। ਇੱਕ ਸਾਡੇ ਜਿਹੜੇ ਹੁਣ ਲਾਸਟ ਕਾਲਰ ਉਹਨਾਂ ਨੇ ਕਿਹਾ ਕਿ ਟਾਈਮ ਜ਼ਰੂਰ ਦੇਣਾ ਚਾਹੀਦਾ, ਬਿਲਕੁਲ ਉਹਨਾਂ ਦੀ ਗੱਲ ਵੀ ਦੁਰਸਤ ਹੈਗੀ ਆ। ਚਲੋ ਹਲੇ 8-9 ਮਹੀਨੇ ਹੋਏ ਨੇ, ਟਾਈਮ ਜ਼ਰੂਰ ਦੇਖੋ, ਟਾਈਮ ਤਾਂ ਹੁਣ ਦਿੱਤਾ ਹੀ ਹੋਇਆ, ਲੋਕਾਂ ਨੇ ਤਾਂ 5 ਸਾਲ ਦਿੱਤੇ ਹੋਏ ਨੇ, 92 ਸੀਟਾਂ ਪੂਰੀ ਮੈਜੋਰਟੀ ਦਿੱਤੀ ਹੋਈ ਆ, ਉਹ 'ਚ ਕੋਈ ਘਾਟ ਨਹੀਂ ਹੈਗੀ। ਉਹ ਲੋਕ ਇਹ ਵੀ ਨਹੀਂ ਆ ਵੀ ਹੁਣ ਲੋਕ ਵੋਟਾਂ ਆਪਣੀਆਂ ਵਾਪਸ ਲੈ ਲੈਣਗੇ, ਉਹ ਤਾਂ ਜਿਹੜੀਆਂ ਵੋਟਾਂ ਇੱਕ ਵਾਰ ਪਾਤੀਆਂ 5 ਸਾਲ ਤੁਹਾਨੂੰ ਦੇਤੇ ਆ ਉਹ ਠੀਕ ਹੈ। ਬਾਕੀ ਜਿਹੜੀ ਰਾਜਨੀਤੀ ਹੈਗੀ ਆ ਜਾਂ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਆਪਣੀ ਬਿਆਨਬਾਜ਼ੀ ਕਰਨੀ ਹੈ, ਉਹ ਉਹਨਾਂ ਦਾ ਕੰਮ ਹੈ। ਵਿਰੋਧੀ ਧਿਰ ਦਾ ਇਹੀ ਕੰਮ ਹੁੰਦਾ ਕਿ ਅਗਰ ਉਹਨੂੰ ਕੁਝ ਗਲਤ ਲੱਗਦਾ ਜਾਂ ਕੁਝ ਗਲਤ ਨਹੀਂ ਵੀ ਹੈਗਾ ਤਾਂ ਵੀ ਉਹਨਾਂ ਨੇ ਆਵਾਜ਼ ਚੱਕ ਕੇ ਕੋਈ ਨਾ ਕੋਈ ਗੱਲ ਜਿਹੜੀ ਹੈ ਕਹਿਣੀ ਹੈ ਜਾਂ ਬਣਾਉਣੀ ਹੈ ਜਾਂ ਕੁਛ ਨਾ ਕੁਛ ਤਾਂ ਕਰਨਾ ਹੀ ਹੈ, ਕੋਈ ਨਾ ਕੋਈ ਐਕਟੀਵਿਟੀ ਆਪਣੇ ਆਪ ਨੂੰ ਕਰਦੇ ਰਹਿਣਾ ਉਹਨਾਂ ਨੇ। ਸੋ 5 ਸਾਲ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਕੋਲ ਹੈਗੇ ਨੇ ਔਰ ਦੇਖਦੇ ਹਾਂ ਕਿ ਹੁਣ 5 ਸਾਲਾਂ ਦੇ ਵਿੱਚ ਕੀ ਕਰਦੇ ਨੇ। 8 ਮਹੀਨੇ ਤਾਂ ਬੀਤ ਚੁੱਕੇ ਨੇ ਔਰ ਪਤਾ ਲੱਗ ਜਾਏਗਾ ਜੀ। ਬਿਲਕੁਲ, ਤੇ ਕਾਲਰ ਵੀ ਸਾਡੇ ਨਾਲ ਬਣ ਰਹੇ ਨੇ, ਉਹਦੇ ਨਾਲ ਵੀ ਆਪਾਂ ਗੱਲਬਾਤ ਕਰਦੀ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਵਾਰੀ ਆਈ ਨਾ? ਜੀ ਜੀ ਜੀ। ਹਾਂਜੀ, ਦੇਖੋ ਜਿੰਨਾ ਹੈ ਨਾ ਪਹਿਲਾਂ 17 ਸਾਲਾਂ ਵਿੱਚ ਕਰਜ਼ਾ ਪੰਜਾਬ ਸਾਈਡ ਸੀਗਾ 200 ਲੱਖ ਕਰੋੜ ਦਾ ਕਰਜ਼ਾ ਸੀ। ਕੈਪਟਨ ਕਰ ਗਿਆ 300 ਲੱਖ ਕਰੋੜ ਦਾ। 6 ਮਹੀਨੇ ਹੋ ਗਏ 400 ਲੱਖ ਕਰੋੜ ਦਾ, ਇਕੱਲੇ 400 ਕਰੋੜ ਦਾ ਕਰਜ਼ਾ ਨਹੀਂ, ਪੰਜਾਬ ਸਾਈਡ 400 ਲੱਖ ਕਰੋੜ ਦਾ ਕਰਜ਼ਾ ਹੁਣ ਬਣਿਆ ਆ। ਨਹੀਂ, ਮੈਂ ਦਰੁਸਤ ਕਰਦਾ ਜੀ, ਤੁਹਾਡਾ ਸ਼ੁਭ ਨਾਮ? ਮੋਹਨ ਸਿੰਘ ਹੈ ਜੀ। ਮੋਹਨ ਸਿੰਘ ਜੀ, 2 ਲੱਖ ਕਰੋੜ ਦਾ ਕਰਜ਼ਾ ਔਰ ਹੁਣ 3 ਲੱਖ ਕਰੋੜ, 300, ਤੁਹਾਨੂੰ ਸ਼ਾਇਦ ਗਲਤੀ ਲੱਗ ਰਹੀ ਹੈ, 300 ਲੱਖ ਨਹੀਂ ਹੈ, 3 ਲੱਖ ਕਰੋੜ ਦਾ ਜ਼ਿਕਰ ਹੋ ਰਿਹਾ। ਨਹੀਂ, ਹੁਣ ਹੋਇਆ 400 ਲੱਖ ਕਰੋੜ ਹੋ ਗਿਆ, ਪਹਿਲਾਂ 200 ਲੱਖ ਕਰੋੜ ਸੀਗਾ ਜੀ। ਅੱਛਾ, ਤੁਹਾਡੇ ਕੋਲ ਫਿਗਰਸ ਹੈਗੀਆਂ ਨੇ? ਹਾਂਜੀ ਹਾਂ, ਮੈਂ ਦੱਸੇ ਪੱਤਰਕਾਰ ਸਵੇਰੇ ਬੋਲਦੇ ਗਏ ਆ। ਅੱਛਾ ਤੁਸੀਂ ਜਾਣਦੇ ਪਰ ਕੀ ਉਹਦਾ ਨਾਂ ਆ? ਢਿੱਲੋਂ ਗੁਰਦਾਸ ਸਿੰਘ ਢਿੱਲੋਂ ਜਾਣਦੇ ਨਾ? ਅੱਛਾ, ਠੀਕ ਹੈ। ਚਲੋ ਸਾਡੇ ਇੱਥੇ ਮੈਂ ਵੈਸੇ ਚਲੋ ਮੋਹਨ ਸਿੰਘ ਜੀ ਗੱਲ ਕਰ ਰਹੇ ਹਾਂ ਆਪਾਂ, ਚਲੋ ਸਰਸਰੀ ਗੱਲ ਕਰ ਰਹੇ ਹਾਂ। ਸਾਡੇ ਮਤਲਬ ਮੀਡੀਆ ਦੇ ਵਿੱਚ ਇੱਥੇ ਜਿੰਨਾ ਕੁ ਵੀ ਵੇਰਵਾ ਜਾਂ ਜੋ ਵੀ ਫਿਗਰਸ ਹੈਗੀਆਂ ਨੇ ਉਹ 3 ਲੱਖ ਕਰੋੜ ਦੀਆਂ ਹੈਗੀਆਂ ਨੇ। ਚਲੋ ਕੋਈ ਗੱਲ ਨਹੀਂ, ਤੁਸੀਂ ਗੱਲ ਰੱਖੋ ਆਪਣੀ। ਇਸ ਗੱਲ ਨੂੰ ਛੱਡੀਏ ਜੀ। ਦੇਖੋ ਵੀ ਹੁਣ ਦੁੱਗਣਾ ਹੋ ਗਿਆ 6 ਸਾਲਾਂ 'ਚ ਜੀ। ਜਿੰਨਾ ਕੈਪਟਨ ਨੇ ਕਰਜ਼ਾ ਚਾੜੇ ਉਦੋਂ ਜਦ ਭਗਵੰਤ ਮਾਨ ਨੇ ਚਾੜ ਦਿੱਤਾ, ਲਾਇਆ ਕਿਹੜਾ? ਤਰੱਕੀ ਕਿਹੜੀ ਆ? ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਵੀ ਸਾਡੇ ਦੇਸ਼ ਦੇ ਵਿੱਚ ਇਮਾਨਦਾਰੀ ਦਾ ਤਾਂ ਹੋਣਾ ਬੜਾ ਮੁਸ਼ਕਿਲ ਹੈ, ਉਹਦਾ ਸ਼ਾਇਦ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਹੀ ਰਹਿੰਦੀ ਹੋਊਗੀ। ਮਤਲਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਦੇਸ਼ ਦੇ ਲੀਡਰ ਹੈ ਇਹੀ ਸਾਰਾ ਕੁਛ ਨੇ, ਇਹੀ ਰੱਬ ਨੇ, ਇਹੀ ਚੋਰ ਨੇ, ਇਹੀ ਡਾਕੂ ਨੇ, ਇਹੀ ਅੱਤਵਾਦੀ ਨੇ, ਇਹੀ ਦੇਸ਼ ਨੂੰ ਬਰਬਾਦ ਕਰਨ ਵਾਲੇ ਨੇ। ਇਹ ਸਾਡੇ ਲੀਡਰਾਂ ਦੇ ਉੱਪਰ ਕੁਛ ਨਹੀਂ ਹੈ। ਜਨਤਾ ਦਾ ਵਿਚਾਰੀ ਇੱਕ ਕਮਾ ਕੇ ਟੈਕਸ ਦੇ ਰਹੀ ਹੈ ਵੀ ਲੀਡਰਾਂ ਤੋਂ ਖਤਰਨਾਕ ਸਾਡੇ ਦੇਸ਼ ਨੂੰ ਕੁਛ ਨਹੀਂ ਮਿਲਿਆ, ਸਾਡੇ ਦੇਸ਼ ਨੂੰ ਲੀਡਰ ਖਤਰਨਾਕ ਮਿਲੇ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਜਨਦੀਪ ਜੀ। ਜੀ,
ਆ ਗਿੱਲ ਸਾਹਿਬ ਨੂੰ ਪੁੱਛਣਾ ਚਾਹੁੰਦਾ 200 ਕਿਲੋ 2 ਲੱਖ ਕਰੋੜ ਨਹੀਂ ਹੈ 2 ਲੱਖ 3 ਲੱਖ ਕਰੋੜ ਆ ਇਕੱਲਾ ਹੀ 300 ਨਹੀਂ ਹੈਗੇ 3 ਜੀ ਬਿਲਕੁਲ 3 ਲੱਖ ਕਰੋੜ ਦਾ ਕਰਜ਼ਾ ਦੇਖੋ ਐਗੀ 4 ਦਾ ਬੰਦਾ ਕਿੰਨਾ ਬਣਦਾ ਹੁਣ ਭੁਲੇਖਾ ਲੱਗਦਾ ਕੁਛ ਚਲੋ ਕੋਈ ਗੱਲ ਨਹੀਂ ਕਈ ਵਾਰ ਲੱਗ ਜਾਂਦਾ ਜੀ ਭੁਲੇਖਾ ਕਈ ਵਾਰੀ ਵੈਸੇ ਵੀ ਜਦੋਂ ਮੰਚ ਤੇ ਗੱਲਬਾਤ ਕਰਦੇ ਹੋਈਏ ਤਾਂ ਕਈ ਵਾਰੀ ਨਿਕਲ ਜਾਂਦਾ ਮੂੰਹ ਚੋਂ ਵੀ ਸ਼ਾਇਦ ਜਿਹੜਾ ਪ੍ਰੋਗਰਾਮ ਵੇਖਿਆ ਹੋਏਗਾ ਵੀ ਸ਼ਾਇਦ ਜਿਹੜੇ ਉਹ ਜਰਨਲਿਸਟ ਬੈਠੇ ਹੋਣਗੇ ਉਹਨਾਂ ਤੋਂ ਕਈ ਵਾਰੀ ਇੱਧਰ ਉੱਧਰ ਸ਼ਬਦ ਹੋ ਜਾਂਦਾ ਸੋ ਇਸ ਲਈ ਅਸੀਂ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸੋ ਅਗਲੇ ਕਾਲਰ ਦੇ ਨਾਲ ਵੀ ਜੁੜਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰਨੀ ਚਾਹੁੰਦਾ ਸੀ, ਗੱਲ ਕਰਾ ਸਕਦੇ? ਜੀ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਹੀ ਗੱਲ ਕਰ ਰਹੇ ਹੋ ਜੀ। ਤੇ ਮੈਂ ਤਾਂ ਦੱਸਣਾ ਸੀ ਇਹਨਾਂ ਨੂੰ ਮੁਫਤ ਜਿਹੜੀਆਂ ਸਹੂਲਤਾਂ ਸਾਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਕਰਜ਼ਾ ਤੇ ਕਰਜ਼ਾ ਇੰਨਾ ਚੜੀ ਜਾਂਦਾ। ਬਾਹਰਲੇ ਮੁਲਕਾਂ 'ਚ ਦੇਖੋ ਮੁਫਤ ਸਹੂਲਤਾਂ ਦਿੰਦੇ ਆ, ਜਿਹੜੀ ਕੋਈ ਜਾਇਜ਼ ਸਹੂਲਤ ਹੈਗੀ ਉਹ ਤਾਂ ਦੇਵੋ। ਮੁਫਤ ਬਿਜਲੀ, ਮੁਫਤ ਪਾਣੀ, ਮੁਫਤ ਉਹ ਸਭ ਕੁਝ ਕਿੰਨੇ ਲੱਖਾਂ ਹੋ ਜਾਂਦਾ। ਸਾਰਾ ਇਹ ਬੰਦ ਕਰਨਾ ਚਾਹੀਦਾ। ਥੈਂਕ ਯੂ, ਵਿਸ਼ ਯੂ ਗੁੱਡ ਲੱਕ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਤੇ ਕਾਲ ਹੈ ਜਿਹੜੀ ਉਹ ਡ੍ਰੌਪ ਹੋ ਗਈ ਹੈ। ਸੋ ਸਾਡੇ ਕੋਲੇ ਸਿਰਫ ਤੇ ਸਿਰਫ 1 ਮਿੰਟ ਦਾ ਸਮਾਂ ਬਲਦੀਪ ਜੀ ਬਾਕੀ ਬਚਿਆ। ਜਿਹੜੇ ਕਾਲਰ ਸਾਡੇ ਨਾਲ ਜੁੜੇ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਨਵਦੀਪ, ਚਲੋ ਕਾਲਰ ਤਾਂ ਜਿਹੜੇ ਸਾਡੇ ਦਰਸ਼ਕ ਨੇ ਹਰ ਸ਼ਖਸ ਦੀ ਵੱਖੋ ਵੱਖ ਰਾਏ, ਮੈਂ ਅਕਸਰ ਕਹਿਣਾ ਹੁੰਦਾ ਕਿ ਵੱਖੋ ਵੱਖਰੀ ਰਾਏ ਹੈ ਔਰ ਹਰ ਇੱਕ ਰਾਏ ਦਾ ਆਪਾਂ ਸਵਾਗਤ ਕਰਦੇ ਹਾਂ ਉਸ ਚੀਜ਼ ਦਾ ਕਿ ਕੋਈ ਕਿੱਦਾਂ ਵੀ ਸੋਚਦਾ, ਜਿੱਦਾਂ ਵੀ ਸੋਚਦਾ ਹੈਗਾ ਉਸ ਚੀਜ਼ ਦਾ ਸਵਾਗਤ ਹੈਗਾ। ਔਰ ਚਲੋ ਬਾਕੀ ਹੁਣ ਆਮ ਆਦਮੀ ਪਾਰਟੀ ਮੁਫਤ ਸੇਵਾਵਾਂ ਦੇ ਰਹੀ ਹੈ ਤਾਂ ਠੀਕ ਹੈ, ਲੈ ਲੈਂਦੇ ਆ ਤੇ ਪਰ ਹਾਂ ਡੈਫੀਨੇਟਲੀ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਅਗਰ ਤੁਸੀਂ ਮੈਂ ਜਿਹੜੀ ਪਹਿਲਾਂ ਗੱਲ ਕਹੀ ਹੈ ਮੈਂ ਬਸ ਉਸੇ ਗੱਲ ਤੋਂ ਸਮਾਪਤੀ ਕਰੂੰਗਾ। ਅਗਰ ਤੁਸੀਂ ਆਪਣੀ ਆਮਦਨ ਵਧਾਏ ਬਿਨਾਂ ਮੁਫਤ ਸਹੂਲਤਾਂ ਦੇ ਰਹੇ ਹੋ ਕਰਜ਼ਾ ਚੱਕ ਕੇ ਤਾਂ ਫਿਰ ਉਹ ਠੀਕ ਨਹੀਂ ਹੈ। ਫਿਰ ਉਹ ਕਿਤੇ ਨਾ ਕਿਤੇ ਕਰਜ਼ਾ ਚੜੇਗਾ, ਫਿਰ ਬਹੁਤ ਚੀਜ਼ਾਂ ਦੇ ਵਿੱਚ ਪ੍ਰੋਬਲਮਸ ਆਏਗੀ ਔਰ ਫਿਰ ਉਸ ਰਾਹ ਤੋਂ ਵੀ ਆਮ ਆਦਮੀ ਭਟਕਦੀ ਹੋਈ ਦਿਖੇਗੀ ਆਮ ਆਦਮੀ ਪਾਰਟੀ, ਜਿੱਥੋਂ ਉਹ ਕਹਿੰਦੀ ਸੀ ਕਿ ਮੈਨੂੰ ਯਾਦ ਆ ਭਗਵੰਤ ਮਾਨ ਤਾਂ ਕਹਿੰਦੇ ਹੁੰਦੇ ਸੀ ਕਿ ਜੇ ਖਜ਼ਾਨਾ ਖਾਲੀ ਹੈ, ਉਹ ਪਿਛਲੇ ਇੱਕ ਸਾਡੇ ਖਜ਼ਾਨਾ ਮੰਤਰੀ ਹੁੰਦੇ ਸੀ ਮਨਪ੍ਰੀਤ ਬਾਦਲ, ਉਹ ਕਹਿੰਦੇ ਹੁੰਦੇ ਸੀ ਵੀ ਖਜ਼ਾਨਾ ਤਾਂ ਖਾਲੀ ਹੈ ਤੇ ਭਗਵੰਤ ਮਾਨ ਕਹਿੰਦੇ ਸੀ ਖਾਲੀ ਹੈ ਤਾਂ ਫਿਰ ਉਹਨੂੰ ਖਜ਼ਾਨਾ ਕਾਹਤੇ ਕਹਿੰਦੇ ਹੋ, ਪੀਪਾ ਕਹੋ ਉਹਨੂੰ। ਤਾਂ ਉਹ ਮਤਲਬ ਕਹਿਣ ਦਾ ਵੀ ਹੁਣ ਇਹਨਾਂ ਦੇ ਹੱਥਾਂ ਦੇ ਵਿੱਚ ਸੱਤਾ ਹੈਗੀ ਹੈ। ਮੁਫਤ ਸਹੂਲਤਾਂ ਅਗਰ ਦੇਣੀਆਂ ਨੇ ਤਾਂ ਜ਼ਰੂਰ ਦੇਣ, ਪਰ ਉਹਦਾ ਢੰਗ ਤਰੀਕਾ ਸਹੀ ਹੋਵੇ ਬਸ। ਜੀ ਬਿਲਕੁਲ। ਤੇ ਬਲਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਸਾਡੇ ਨਾਲ ਜੁੜੇ ਰਹਿੰਦੇ ਹੋ, ਬਹੁਤ ਚੰਗਾ ਲੱਗਦਾ। ਤੁਹਾਡੀਆਂ ਕਾਲਸ ਆਉਂਦੀਆਂ ਨੇ, ਸਵਾਲ ਕਰਦੇ ਹੋ, ਸੁਝਾਅ ਦਿੰਦੇ ਹੋ, ਸੋ ਬੜਾ ਵਧੀਆ ਰਾਬਤਾ ਇੱਕ ਦੂਜੇ ਨਾਲ ਅਸੀਂ ਕਾਇਮ ਕਰਦੇ ਹਾਂ। ਤਾਂ ਸਾਡੀਆਂ ਗੱਲਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਇਨਫੋਰਮੇਸ਼ਨਸ ਜਿਹੜੀਆਂ ਨੇ ਨਿਕਲ ਕੇ ਆਉਂਦੀਆਂ ਨੇ, ਕੋਸ਼ਿਸ਼ ਕਰਦੇ ਹੁੰਦੇ ਆ ਇਸ ਮੰਚ ਦੇ ਜ਼ਰੀਏ ਸਰਕਾਰਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ, ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਉਹ ਕੀ ਕੁਝ ਕਰ ਰਹੇ ਨੇ, ਪੰਜਾਬ ਦੇ ਵਾਸੀ ਕੀ ਸੋਚਦੇ ਨੇ ਤੇ ਪੰਜਾਬ ਤੋਂ ਜੋ 7 ਸਮੁੰਦਰ ਪਾਰ ਦੂਰ ਰਹਿ ਰਹੇ ਨੇ ਪੰਜਾਬੀ, ਉਹ ਪੰਜਾਬ ਦੇ ਮਸਲਿਆਂ ਤੇ ਕੀ ਸੋਚਦੇ ਨੇ ਤੇ ਕੀ ਕਹਿੰਦੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।